ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਵਿਨੇ ਰਾਣਾ। ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਤੋਂ ਅਸੀਂ ਅੰਕੜਿਆਂ ਜੁੜਿਆ ਮੁੱਦਾ ਲੈ ਕੇ ਆਏ ਹਾਂ। ਯਾਨੀ ਅੱਜ ਜਿਹੜਾ ਮੁੱਦਾ ਆ ਉਹ ਐਫਪੀਓ ਨਾਲ ਜੁੜਿਆ ਹੋਇਆ, ਜਿਹੜਾ ਅਡਾਨੀ ਗਰੁੱਪ ਦਾ ਐਫਪੀਓ ਜਿਹੜਾ ਉਹਨਾਂ ਨੇ ਵਾਪਸ ਲਿਆ ਹੈ, ਇਹ ਉਹਦੇ ਨਾਲ ਜੁੜਿਆ ਮੁੱਦਾ ਹੈ। ਹਾਲਾਂਕਿ ਯੂਨੀਅਨ ਬਜਟ ਕੱਲ੍ਹ ਪੇਸ਼ ਹੋਇਆ ਹੈ, ਉਦੋਂ ਵੀ ਅੰਕੜਿਆਂ ਦੀ ਹੀ ਗੱਲ ਹੋਈ ਹੈ। ਅੱਜ ਜਿੰਨੀ ਵੀ ਅਖਬਾਰਾਂ ਸੀਗੀਆਂ ਸਾਰੀਆਂ ਅਖਬਾਰਾਂ ਦੇ ਵਿੱਚ ਅੰਕੜਿਆਂ ਦੀ ਹੀ ਗੱਲ ਹੋਈ ਹੈ। ਔਰ ਅੱਜ ਜਦੋਂ ਸੈਸ਼ਨ ਸ਼ੁਰੂ ਹੋਇਆ ਉਸ ਦੌਰਾਨ ਹੰਗਾਮਾ ਹੋਇਆ। ਇਸ ਕਰਕੇ ਹੋਇਆ ਕਿ ਇਹ ਕਿਹਾ ਜਾ ਰਿਹਾ ਕਿ ਅਡਾਨੀ ਗਰੁੱਪ ਦੇ ਜਿਹੜੇ ਐਫਪੀਓ ਸੀਗੇ ਉਹਨਾਂ ਕਰਕੇ ਲੋਕਾਂ ਨੂੰ, ਗਵਰਨਮੈਂਟ ਨੂੰ 18,500 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਉਹ ਹੋਇਆ ਔਰ ਇਹ LIC ਨੂੰ ਹੋਇਆ। ਇਹ ਕਿਹਾ ਜਾ ਰਿਹਾ। ਅੱਜ ਅਸੀਂ ਇਸੇ 'ਤੇ ਚਰਚਾ ਕਰਨ ਲਈ ਮੇਰੇ ਨਾਲ ਅਨਿਲ ਵਰਮਾ ਜੀ ਜੁੜੇ ਹੋਏ ਨੇ। ਇਹ ਇਨਕਮ ਟੈਕਸ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਤਾਂ ਹੁਣ ਵੀ ਉਹ ਐਸੋਸੀਏਸ਼ਨ ਨਾਲ ਜੁੜੇ ਹੋਏ ਆ, ਸੀਨੀਅਰ ਇਨਕਮ ਟੈਕਸ ਦੇ ਵਕੀਲ ਨੇ ਔਰ ਇਹ ਇਸ ਚੀਜ਼ ਨੂੰ ਬਰੀਕੀ ਨਾਲ ਸਮਝਾਉਣਗੇ ਆਮ ਲੋਕਾਂ ਨੂੰ ਕਿ ਇਹ ਐਕਚੁਅਲ ਮੁੱਦਾ ਹੈ ਕੀ ਹੈ ਔਰ ਇਹਦੇ ਨਾਲ ਸਰਕਾਰ ਕਿੰਨੀ ਜੁੜੀ ਹੈ, ਕੰਪਨੀ ਕਿੰਨੀ ਜੁੜੀ ਹੈ ਔਰ ਆਮ ਲੋਕ ਕਿੰਨੇ ਜੁੜੇ ਆ। ਵਰਮਾ ਜੀ, ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਸਵਾਗਤ। ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਆਮ ਬੰਦੇ ਨੂੰ ਐਫਪੀਓ ਹੁੰਦਾ ਕੀ ਹੈ? ਰਾਣਾ ਜੀ, ਇਹ ਬੜਾ ਬਰਨਿੰਗ ਇਸ਼ੂ ਹੈ ਜਿਹੜਾ ਅੱਜ ਤੁਸੀਂ ਚੱਕਿਆ ਹੈ। ਲੇਕਿਨ ਇਹ ਇਸ਼ੂ ਨੂੰ ਜਿਸ ਢੰਗ ਦੇ ਨਾਲ ਮੀਡੀਆ ਦੇ ਵਿੱਚ ਪ੍ਰੈਜ਼ੈਂਟ ਕੀਤਾ ਗਿਆ ਔਰ ਜਿਸ ਢੰਗ ਦੇ ਨਾਲ ਜਨਰਲ ਪਬਲਿਕ ਨੇ ਇਹਨੂੰ ਲਿਆ, ਉਹਦੇ ਨਾਲ ਇਮੋਸ਼ਨਸ ਜੁੜ ਗਈਆਂ ਲੋਕਾਂ ਦੀਆਂ। ਪਰ ਇਸ ਇਸ਼ੂ ਨੂੰ ਐਕਸਪਲੇਨ ਕਰਨ ਵਾਸਤੇ ਤੁਹਾਨੂੰ ਟੈਕਨੀਕਲ ਨੌਲੇਜ ਹੋਣਾ ਸਟਾਕ ਮਾਰਕੀਟ ਦੀ, ਸਟਾਕ ਐਕਸਚੇਂਜ ਦੀ ਬਹੁਤ ਜ਼ਰੂਰੀ ਹੈ ਜੀ। ਪੋਲੀਟੀਕਲ ਬਿਆਨਬਾਜ਼ੀ ਹੋਰ ਚੀਜ਼ ਹੁੰਦੀ ਹੈ, ਰਿਐਲਿਟੀਜ਼ ਹੋਰ ਚੀਜ਼ ਹੁੰਦੀ ਹੈ। ਉਹਦੇ ਵਾਸਤੇ ਜੇ ਅਸੀਂ ਸਮਝਣਾ ਹੋਵੇ ਤਾਂ ਸਾਨੂੰ ਪਤਾ ਹੋਣਾ ਚਾਹੀਦਾ IPO ਕੀ ਹੁੰਦਾ ਹੈ। IPO ਇਜ਼ ਬੇਸਿਕਲੀ ਇਨੀਸ਼ੀਅਲ ਪਬਲਿਕ ਆਫਰਿੰਗ। ਜਦੋਂ ਵੀ ਕੋਈ ਕੰਪਨੀ ਫਸਟ ਟਾਈਮ ਆਪਣਾ ਇਸ਼ੂ ਪਬਲਿਕ ਦੇ ਕੋਲ ਆਫਰ ਕਰਦੀ ਹੈ, ਯਾਨੀ ਜਦੋਂ ਲਿਸਟਡ ਹੁੰਦੀ ਹੈ ਉਹ ਸ਼ੇਅਰ ਬਾਜ਼ਾਰ ਦੇ ਵਿੱਚ ਜਦੋਂ ਲਿਸਟਡ ਜਦੋਂ ਫਸਟ ਟਾਈਮ ਕਰਦੀ ਆ, ਉਹ ਆਫਰ ਕਰਦੀ ਹੈ ਪਬਲਿਕ ਨੂੰ, ਉਹਦੇ 'ਚ ਆਪਣਾ ਸਾਰਾ ਪ੍ਰੋਫਾਈਲ ਦੱਸਦੀ ਹੈ ਵੀ ਆਹ ਸਾਡਾ ਪ੍ਰੋਫਾਈਲ ਆ ਸਾਡੇ ਪ੍ਰੋਜੈਕਟਸ ਹੋਣਗੇ, ਆਹ ਸਾਡੀ ਫਿਊਚਰ ਪਲੈਨਿੰਗ ਹੈ, ਇਹ ਸਾਡੇ ਬੈਂਕਰਸ ਆ ਜਿਹੜੇ ਸਾਨੂੰ ਸਪੋਰਟ ਕਰ ਰਹੇ ਆ। ਇਹ ਉਹਦੇ ਵਿੱਚ ਕ੍ਰੈਡਿਟ ਰੇਟਿੰਗ ਏਜੰਸੀਆਂ ਜਿਹੜੀਆਂ ਹੈਗੀਆਂ ਡਿਫਰੈਂਟ, ਉਹਨਾਂ ਦੀ ਰੇਟਿੰਗਸ ਨਾਲ ਦੱਸੀਆਂ ਜਾਂਦੀਆਂ। ਉਹਨਾਂ ਨੇ ਸਾਨੂੰ ਆਹ ਰੇਟ ਕੀਤਾ ਹੈ, ਆਲਰੇਡੀ ਅਸੀਂ ਕਿਸ ਬੈਕਗਰਾਊਂਡ ਤੋਂ ਆ ਰਹੇ ਹੈਗੇ ਆ। ਔਰ ਉਹ ਇੱਕ ਕਿਸਮ ਦਾ ਜਦੋਂ ਅਸੀਂ ਰਿਸ਼ਤਾ ਤੈਅ ਕਰਨਾ ਹੁੰਦਾ ਨਾ ਕਿਸੇ ਦਾ ਬੱਚੇ ਦਾ, ਉਸ ਤੋਂ ਪਹਿਲਾਂ ਜਿਸ ਤਰ੍ਹਾਂ ਅਸੀਂ ਸਾਰੀ ਇਨਕੁਆਇਰੀ ਕਰਦੇ ਹਾਂ, ਉਹ ਇੱਕ ਕਿਸਮ ਦੀ ਇਨਕੁਆਇਰੀ ਕੰਪਨੀ ਆਪਣੇ ਆਪ ਕਰਕੇ ਦੱਸਦੀ ਜੀ ਆਹ ਸਾਡਾ ਪੂਰਾ ਬਾਇਓਡਾਟਾ ਹੈ। ਉਹਨੂੰ ਦੇਖ ਕੇ ਪਬਲਿਕ ਤੁਹਾਡੇ 'ਤੇ ਕਿੰਨਾ ਟਰਸਟ ਕਰਦੀ ਹੈ, ਫਿਰ ਉਹਨਾਂ ਸ਼ੇਅਰਾਂ ਦੇ ਵਿੱਚ ਜਿਹੜਾ ਪੈਸਾ ਇਨਵੈਸਟ ਕਰਦੀ ਹੈ। ਦੈਟ ਇਜ਼ ਕਾਲਡ ਇਨੀਸ਼ੀਅਲ ਪਬਲਿਕ ਆਫਰਿੰਗ। ਹੁਣ ਸੈਕਿੰਡ ਆ ਜਾਂਦਾ ਹੈਗਾ ਆ FPO ਜੀ। ਹੁਣ FPO ਕੀ ਹੈ? ਇਹਨੂੰ ਕਹਿੰਦੇ ਫੋਲੋ ਔਨ ਪਬਲਿਕ ਆਫਰਿੰਗ। ਇਹ ਉਹ ਕੰਪਨੀਆਂ ਇਸ਼ੂ ਕਰਦੀਆਂ ਜਿਹੜੇ ਆਲਰੇਡੀ ਸਟਾਕ ਐਕਸਚੇਂਜ 'ਚ ਲਿਸਟਡ ਆ, ਜਿਨ੍ਹਾਂ ਦਾ IPO ਪਹਿਲਾਂ ਆ ਚੁੱਕਾ ਆ, ਉਹਨਾਂ ਦੇ ਸ਼ੇਅਰ ਜਿਹੜੇ ਆਲਰੇਡੀ ਮਾਰਕੀਟ ਦੇ ਵਿੱਚ ਐਗਜ਼ਿਸਟ ਕਰਦੇ ਹੁੰਦੇ। ਜੀ ਜੀ। ਕਈ ਵਾਰੀ ਕੀ ਹੈ, ਕੰਪਨੀਆਂ ਨੂੰ ਨਵਾਂ ਇਸ਼ੂ ਤਾਂ ਲਿਆ ਨਹੀਂ ਸਕਦੇ ਉਹ, ਜਿੰਨੀ ਉਹਨਾਂ ਦੀ ਆਥੋਰਾਈਜ਼ ਸ਼ੇਅਰ ਕੈਪੀਟਲ ਹੁੰਦੀ ਆਲਰੇਡੀ, ਮਤਲਬ ਜਿਹੜੀ ਹੈਗੀ ਆ ਉਹ ਮਾਰਕੀਟ 'ਚ ਆ ਚੁੱਕੀ ਹੁੰਦੀ। ਉਹਦੇ 'ਚ ਪ੍ਰਮੋਟਰਸ ਦੇ ਜਿਹੜੇ ਸ਼ੇਅਰ ਹੁੰਦੇ ਆ ਮੋਸਟਲੀ, ਉਹ ਫਿਰ ਆਪਣੇ ਸ਼ੇਅਰ ਨੂੰ ਡਾਇਵਰਸੀਫਾਈ ਕਰਦੇ ਆ। ਮੰਨ ਲਓ ਹੁਣ 25% ਸ਼ੇਅਰ ਆ ਕੁਛ ਲੋਕਾਂ ਦੇ, ਕੁਛ ਗਰੁੱਪਾਂ ਦੇ ਕੋਲ ਪਏ ਆ, ਉਹ ਫਿਰ ਇਹਨੂੰ ਡਾਇਵਰਸੀਫਾਈ ਕਰਦੇ ਹੈਗੇ, ਇਹ 'ਚੋਂ ਇੰਨੇ % ਅਸੀਂ ਜਿਹੜੇ ਸ਼ੇਅਰਸ ਹੈਗੇ ਆ ਹੋਰ ਮਾਰਕੀਟ 'ਚ ਲਿਆਈਏ। ਇਹਨੂੰ ਕਹਿ ਦਿੰਦੇ ਹੈਗੇ ਆ ਫੋਲੋ ਔਨ ਪਬਲਿਕ ਆਫਰਿੰਗ। ਓਕੇ। ਬੇਸਿਕਲੀ ਇਹ ਜਿਹੜਾ ਐਡੀਸ਼ਨਲ ਅਸੀਂ ਇਹਨੂੰ ਇਸ਼ੂ ਕਹਿ ਸਕਦੇ ਹੈਗੇ ਆ ਜਿਹੜਾ ਕਰਦੇ ਆ। ਪਰਪਸ ਦੋਨਾਂ ਦਾ ਹੀ ਹੁੰਦਾ ਟੂ ਰੇਜ਼ ਕੈਪੀਟਲ ਫਰੋਮ ਦਾ ਇਕੁਇਟੀ ਮਾਰਕੀਟ। ਜੀ। ਦੇਖੋ, ਕੰਪਨੀਆਂ ਨੇ ਜਦੋਂ ਕੰਮ ਕਰਨਾ, ਗਵਰਨਮੈਂਟਾਂ ਨਹੀਂ ਉਹਨਾਂ ਨੂੰ ਸਪੋਰਟ ਕਰਦੀਆਂ, ਲੋਕਾਂ ਦਾ ਹੀ ਪੈਸਾ ਹੁੰਦਾ ਇਕੁਇਟੀ ਮਾਰਕੀਟ ਦੇ ਵਿੱਚੋਂ, ਥਰੂ ਸ਼ੇਅਰਸ ਉਹਨਾਂ ਨੇ ਪੈਸਾ ਲੈਣਾ ਹੁੰਦਾ ਹੈ। ਸੋ ਇਹੀ ਕਿਸੇ ਵੀ ਇਕੋਨਮੀ ਦੀ ਬੈਕਬੋਨ ਹੁੰਦੀ ਹੈਗੀ। ਸੋ ਇਸੇ ਢੰਗ ਨਾਲ ਜਿਹੜਾ ਹੈਗਾ ਆ ਅਡਾਨੀ ਗਰੁੱਪ ਦੀ ਵੀ ਸਟੋਰੀ ਹੈ। ਤੁਸੀਂ ਹੋਰ ਪੁੱਛੋ। ਜਦੋਂ ਦਾ ਅਡਾਨੀ ਦਾ ਨਾਮ ਹਾਈਲਾਈਟ ਹੋਇਆ ਉਦੋਂ ਦਾ ਹੀ ਅਡਾਨੀ ਨੂੰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੋੜ ਕੇ ਜਿਹੜੇ ਵਿਰੋਧੀ ਧਿਰਾਂ ਖਾਸ ਕਰਕੇ ਜਿਹੜੀ ਵਿਪਕਸ਼ੀ ਪਾਰਟੀਆਂ ਹੈਗੀਆਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਹਨਾਂ ਨੂੰ ਜੋੜਦੀਆਂ ਕਿਉਂਕਿ ਬੜੀ ਤੇਜ਼ੀ ਨਾਲ ਉਹਨਾਂ ਨੇ ਗਰੋਥ ਕੀਤੀ ਹੈ ਔਰ ਬਹੁਤ ਤੇਜ਼ੀ ਨਾਲ ਅੱਗੇ ਵਧੇ ਹੈ ਤੇ ਉਹਨਾਂ ਨੂੰ ਇਹ ਲੱਗਦਾ ਕਿ PM ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀਗੇ ਉਦੋਂ ਤੇ ਹੁਣ PM ਬਣਨ ਤੱਕ ਉਹਨਾਂ ਨੇ ਇਹਨਾਂ ਨੂੰ ਸਪੋਰਟ ਕੀਤਾ ਹੈ ਜਿਹਦੇ ਕਰਕੇ ਇੱਕਦਮ ਤੇਜ਼ੀ ਨਾਲ ਅੱਗੇ ਵਧੇ ਹੈ। ਇਹ ਬੇਸਿਕਲੀ ਪੋਲੀਟੀਕਲ ਮਿਸਕਨਸੈਪਸ਼ਨ ਹੈਗੀ ਜੀ ਦੇਖੋ, ਇਹ ਕੋਈ ਵੀ ਪੋਲੀਟੀਕਲ ਹੋਵੇ, ਪਾਰਟੀ ਹੋਵੇ, ਕੋਈ ਵੀ ਪ੍ਰਧਾਨ ਮੰਤਰੀ ਹੋਣ, ਉਹਨਾਂ ਨੇ ਕੋਈ ਪੋਲੀਟੀਕਲ ਅਪਾਇੰਟਮੈਂਟ ਨਹੀਂ ਕੀਤੀ ਅਡਾਨੀ ਦੀ ਜਾਂ ਕਿਸੇ ਵੀ ਹੋਰ ਬੰਦੇ ਦੀ। ਇਹ ਜਿਹੜਾ ਵੀ ਬੰਦਾ ਮਾਰਕੀਟ ਦੇ ਵਿੱਚ ਕੰਮ ਕਰਨਾ ਚਾਹੁੰਦਾ, ਬੜੇ ਬੜੇ ਟੈਂਡਰਸ ਲੈਣਾ ਚਾਹੁੰਦਾ, ਉਹਨੇ ਆਪਣੇ ਆਪ ਨੂੰ ਆਫਰ ਕੀਤਾ। ਉਹ ਕੰਪੀਟੀਸ਼ਨ ਦੇ ਵਿੱਚ ਆ ਕੇ ਉਹਨੇ ਜਿੰਨੇ ਵੀ ਟੈਂਡਰ ਲਏ ਆ, ਤੁਸੀਂ ਅਡਾਨੀ ਗਰੁੱਪ ਦੀ ਹਿਸਟਰੀ ਵੀ ਦੇਖੋ, ਈਵਨ ਤੁਸੀਂ ਰਿਲਾਇੰਸ ਦੀ ਦੇਖ ਲਓ, ਤੁਸੀਂ ਟਾਟਾ ਗਰੁੱਪ ਦੀ ਦੇਖੋ, ਤੁਸੀਂ ਬਿਰਲਾ ਦੀ ਦੇਖੋ, ਤੁਸੀਂ ਮਹਿੰਦਰਾ ਦੀ ਹਿਸਟਰੀ ਚੱਕ ਲਓ, ਹੋਰ ਵੀ ਸਾਡੇ ਜਿਹੜੇ ਇੰਡਸਟਰੀਅਲ ਜਾਇੰਟਸ ਹੈਗੇ ਆ, ਬੜੇ ਬੜੇ ਪਲੇਅਰ ਇੰਡੀਆ ਦੇ ਬੈਠੇ ਹੈਗੇ ਆ। ਅੱਜ ਤੱਕ ਦਿੱਕਤ ਕੀ ਸੀਗੀ, ਇਹ ਸਾਰੇ ਇੰਡੀਆ ਦੀ ਮਾਰਕੀਟ ਦੇ ਵਿੱਚ ਪਲੇ ਕਰ ਰਹੇ ਸੀ ਸਾਰੇ। ਠੀਕ ਹੈ। ਬਹੁਤ ਦੇਰ ਬਾਅਦ ਟਾਟਾ ਜ਼ਰੂਰ ਇੰਟਰਨੈਸ਼ਨਲ ਮਾਰਕੀਟ 'ਚ ਗਿਆ, ਲੇਕਿਨ ਉਹ ਸੋਬਰ ਢੰਗ ਦੇ ਨਾਲ ਚੱਲੇ ਉੱਥੇ। ਉਸ ਤੋਂ ਬਾਅਦ ਰਿਲਾਇੰਸ ਨੇ ਵੀ ਕੁਝ ਕੋਸ਼ਿਸ਼ ਕੀਤੀ, ਲੇਕਿਨ ਅਡਾਨੀ ਗਰੁੱਪ ਇੱਕਦਮ ਉੱਠਿਆ ਔਰ ਉਹਨੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਦੂਸਰੀਆਂ ਕੰਟਰੀਆਂ ਦੇ ਵਿੱਚ ਜਾ ਕੇ ਬੜੇ ਬੜੇ ਪ੍ਰੋਜੈਕਟ ਜਦੋਂ ਹਾਸਲ ਕਰਨੇ ਸ਼ੁਰੂ ਕੀਤੇ ਤਾਂ ਉਹਦੀ ਜਿਹੜੀ ਗਿਣਤੀ ਹੈਗੀ ਆ ਉਹ ਇੰਟਰਨੈਸ਼ਨਲ ਗਰੁੱਪਾਂ 'ਚ ਹੋਣ ਲੱਗ ਪਈ। ਉਹਦੇ ਨਾਲ ਇੱਕ ਕੁਦਰਤੀ ਗੱਲ ਹੈ, ਜਦੋਂ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਐਸਟੈਬਲਿਸ਼ਡ ਗਰੁੱਪ ਹੈ, ਜਦੋਂ ਕੋਈ ਬੰਦਾ ਨਵਾਂ ਉੱਠ ਕੇ ਆਊਗਾ, ਉਹਨੂੰ ਉਹਨਾਂ ਨੇ ਕੰਪੀਟੀਸ਼ਨ ਵੀ ਦੇਣਾ, ਉਹ ਕੰਪੀਟੀਸ਼ਨ ਫੇਅਰ ਮੈਨਰ 'ਚ ਦੇਣਾ ਜਾਂ ਅਨਫੇਅਰ ਮੈਨਰ 'ਚ ਦੇਣਾ, ਇਹ ਅਲੱਗ ਚੀਜ਼ ਆ। ਔਰ ਉੱਤੋਂ ਜਿਹੜਾ ਬੰਦਾ ਉੱਠ ਕੇ ਆਇਆ, ਅੱਜ ਤੱਕ ਇੰਟਰਨੈਸ਼ਨਲ ਮਾਰਕੀਟ ਇਹ ਕਹਿੰਦੀ ਸੀਗੀ ਵੀ ਇੰਟਰਨੈਸ਼ਨਲ ਮਾਰਕੀਟ 'ਚ ਜਾਂ ਤਾਂ ਯੂਰਪੀਅਨ ਜਾਂ ਅਮਰੀਕਨ ਜੀ ਇਹੀ ਲੋਕ ਮਤਲਬ ਇਹਨਾਂ ਨੇ ਕੈਪਚਰ ਕੀਤੀ ਹੋਈ ਜੀ। ਅੱਛਾ, ਉਹਦੇ 'ਚ ਫਸਟ ਟਾਈਮ ਇਹ ਹੋਇਆ ਹੈਗਾ ਟਾਟਾ ਤੋਂ ਬਾਅਦ ਜਾਂ ਰਿਲਾਇੰਸ ਤੋਂ ਬਾਅਦ ਥੋੜਾ, ਕਿ ਅਡਾਨੀ ਗਰੁੱਪ ਨੇ ਬਹੁਤ ਜਲਦੀ ਦੇ ਨਾਲ ਇਹਨਾਂ ਸਾਰੀਆਂ ਕੰਪਨੀਆਂ ਨੂੰ ਟੱਕਰ ਦੇਣੀ ਸ਼ੁਰੂ ਕਰਤੀ। ਇਹ ਉਹਦਾ ਹੀ ਸਾਰਾ ਰਿਜ਼ਲਟ ਹੈ। ਔਰ ਇਹ ਠੀਕ ਹੈ ਵੀ ਸਾਡੀ ਜਿਹੜੀ ਪੋਲੀਟੀਕਲ ਪਾਰਟੀਆਂ ਹੈਗੀਆਂ ਆ, ਰੂਲਿੰਗ ਪਾਰਟੀ ਦੇ ਵਿੱਚ ਕੋਈ ਵੀ ਪ੍ਰਾਈਮ ਮਿਨਿਸਟਰ ਹੋਵੇ, ਜਿਹੜਾ ਵੀ ਗਰੁੱਪ ਇੰਡਸਟਰੀ ਨੂੰ ਅੱਗੇ ਵਧਾਏਗਾ, ਕੰਟਰੀ ਨੂੰ ਅੱਗੇ ਵਧਾਏਗਾ, ਉਹਨੂੰ ਕੋਈ ਵੀ ਪੋਲੀਟੀਕਲ ਪਾਰਟੀ ਇਹ ਨਹੀਂ ਕਹਿ ਸਕਦੀ ਅਸੀਂ ਤੈਨੂੰ ਸਪੋਰਟ ਨਹੀਂ ਕਰਨਾ। ਜਿਹੜਾ ਮਰਜ਼ੀ ਪਾਵਰ 'ਚ ਹੋ, ਜੇ ਕਾਂਗਰਸ ਦਾ ਰਾਜ ਸੀਗਾ ਉਸ ਵੇਲੇ ਵੀ ਗਰੁੱਪਾਂ ਨੇ ਤਰੱਕੀ ਕੀਤੀ ਆ, ਲੇਕਿਨ ਵਿਦ ਇਨ ਇੰਡੀਆ ਹੋਈ ਤਰੱਕੀ। ਅੱਜ ਮਤਲਬ ਜਦੋਂ ਇੰਟਰਨੈਸ਼ਨਲ ਲੈਵਲ ਤੇ ਗਏ ਆ ਤਾਂ ਉਹ ਠੀਕ ਆ ਵੀ ਆਪੋਜੀਸ਼ਨ ਸਾਡੀ ਜਿਹੜੀ ਹੈਗੀ ਆ ਉਹ ਸਿਰਫ ਪੋਲੀਟੀਕਲ ਮੋਟਿਵ ਦੇ ਨਾਲ PM ਮੋਦੀ ਨੂੰ ਇਹਦੇ ਵਿੱਚ ਨਾਲ ਲਪੇਟਣ ਦੀ ਕੋਸ਼ਿਸ਼ ਕਰਦੇ ਆ, ਪਰ ਇਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਸੱਚਾਈ ਨਹੀਂ ਆ। ਕਿਉਂਕਿ ਜੇ ਹੋਰ ਵੀ ਕੋਈ ਗਰੁੱਪ ਇਸ ਤਰ੍ਹਾਂ ਦੇ ਆਉਂਦੇ ਆ ਤਾਂ ਗਵਰਨਮੈਂਟ ਦੀਆਂ ਜੋ ਪ੍ਰੈਜ਼ੈਂਟ ਪਾਲਿਸੀਆਂ ਬੜੀਆਂ ਅਸਲੀ ਓਪਨ ਪਾਲਿਸੀਆਂ ਚੱਲ ਰਹੀਆਂ, ਜੋ ਕੱਲ੍ਹ ਦਾ ਵੀ ਜੋ ਬਜਟ ਆਇਆ ਉਹਦੇ ਵਿੱਚ ਵੀ ਬੜਾ ਓਪਨ ਹੈ, ਸਾਰਾ ਟਰਾਂਸਪੇਰੈਂਟ ਹੈ, ਐਨੀਬੋਡੀ ਕੈਨ ਕੰਪੀਟ। ਸੋ ਜਿਹਨੇ ਰਿਸਕ ਲੈਣਾ ਹੈ, ਜਿਹਨੇ ਕੰਪੀਟ ਕਰਨਾ, ਉਹਨੇ ਤਰੱਕੀ ਕਰਨੀ ਹੈ। ਯਾਨੀ ਇਹਨੂੰ ਇਹ ਮੰਨ ਕੇ ਚੱਲੀਏ ਕਿ ਜਦੋਂ ਬਜਟ ਦੇ ਵਿੱਚ ਕੁਝ ਅਪੋਜ਼ ਕਰਨ ਨੂੰ ਨਹੀਂ ਮਿਲਿਆ, ਹਾਂ, ਤੇ ਅਚਾਨਕ ਅਗਲੇ ਦਿਨ ਜਦੋਂ ਸੈਸ਼ਨ ਬੈਠਦਾ ਹੈ ਤੇ ਉਦੋਂ ਇੱਕ ਹਿੰਡਨਬਰਗ ਦੀ ਰਿਪੋਰਟ ਹੈਗੀ ਹੈ ਉਹ ਸ਼ਾਇਆ ਕਰ ਦਿੱਤੀ ਜਾਂਦੀ ਆ, ਔਰ ਉਸ ਰਿਪੋਰਟ ਦੇ ਵਿੱਚ ਇਹ ਦੱਸਿਆ ਜਾਂਦਾ ਕਿ ਅਡਾਨੀ ਐਂਟਰਪ੍ਰਾਈਜ਼ ਜਿਹੜਾ ਹੈਗਾ ਉਹ ਪਬਲਿਕ ਇਸ਼ੂ ਨੂੰ, ਪਬਲਿਕ ਜਿਹੜੇ ਹੈਗੇ ਆ ਪੈਸੇ ਨੂੰ ਬਰਬਾਦ ਕਰ ਰਿਹਾ ਔਰ ਨੁਕਸਾਨ ਹੋਇਆ ਇਹਦੇ 'ਚ। LIC ਦਾ ਖਾਸ ਕਰਕੇ ਨਾਮ ਲਿਆ ਜਾ ਰਿਹਾ ਕਿ LIC ਨੂੰ 18,600 ਕਰੋੜ ਤੋਂ ਵੱਧ ਦਾ ਨੁਕਸਾਨ ਜਿਹੜਾ ਉਹ LIC ਨੂੰ ਹੋਇਆ, ਇਹ ਕਿਹਾ ਜਾ ਰਿਹਾ। ਰਾਣਾ ਜੀ, ਤੁਸੀਂ ਹਿੰਡਨਬਰਗ ਦਾ ਜ਼ਿਕਰ ਕੀਤਾ। ਜੀ ਜੀ, ਮੈਂ 99% ਜਿਹੜੀ ਸਾਡੀ ਹਿੰਦੁਸਤਾਨ ਦੀ ਪਬਲਿਕ ਹੈ, ਹਿੰਦੁਸਤਾਨ ਦੇ ਸਿਟੀਜ਼ਨਸ ਹੈ, ਮੈਂ ਚੈਲੰਜ ਨਾ ਕਹਿਣਾ, 99% ਲੋਕਾਂ ਨੇ ਕਦੀ ਹਿੰਡਨਬਰਗ ਦਾ ਅੱਜ ਤੋਂ ਪਹਿਲਾਂ ਨਾਮ ਨਹੀਂ ਸੁਣਿਆ ਸੀ। ਬਿਲਕੁਲ ਨਹੀਂ ਸੁਣਿਆ ਸੀ। ਬਿਲਕੁਲ ਸਹੀ ਗੱਲ ਤੁਹਾਡੀ, ਬਿਲਕੁਲ ਸਹੀ ਗੱਲ ਹੈ। ਹਾਂਜੀ, ਔਰ ਅੱਜ ਵੀ 0.1% ਲੋਕਾਂ ਨੂੰ ਸਿਰਫ ਪਤਾ ਹੋਏਗਾ ਵੀ ਹਿੰਡਨਬਰਗ ਕੀ ਹੈ। 99.9% ਲੋਕਾਂ ਨੂੰ ਇਸ ਰਿਪੋਰਟ ਬਾਰੇ ਵੀ ਨਹੀਂ ਪਤਾ ਕੀ ਆਈ। ਜੀ ਜੀ, ਰਿਪੋਰਟ ਦੇ ਬਾਰੇ ਵਾਕਈ ਨਹੀਂ ਪਤਾ ਕਿ ਕਿਸੇ ਨੂੰ। ਇਹ ਗੱਲ ਬਿਲਕੁਲ ਸਹੀ ਹੈ ਕਿ ਰਿਪੋਰਟ 'ਚ ਕੀ ਹੈ। ਇੰਨਾ ਪਤਾ ਕਿ ਬਸ ਅਡਾਨੀ ਗਰੁੱਪ ਦੇ ਖਿਲਾਫ ਹੈ, ਉਹਦੇ ਜਿਹੜੇ FPO ਉਹਦੇ ਖਿਲਾਫ ਹੈ। ਮੈਂ ਤਾਂ ਗੱਲ ਕਰਾਂ, ਅਗਰ ਇਹ IMF ਦੀ ਰਿਪੋਰਟ ਹੁੰਦੀ ਜੀ, ਕਿਸੇ ਐਸੀ ਕ੍ਰੈਡਿਟ ਰੇਟਿੰਗ ਏਜੰਸੀ ਦੀ ਰਿਪੋਰਟ ਹੁੰਦੀ ਜਿਹਦੀ ਕਿ ਇੰਟਰਨੈਸ਼ਨਲ ਲੈਵਲ ਦੇ ਉੱਪਰ ਕ੍ਰੈਡੀਟੇਬਿਲਿਟੀ ਹੁੰਦੀ,
ਹਿੰਡਨਬਰਗ ਕੀ ਹੈਗਾ ਆ, ਉਹਨੇ ਪਹਿਲਾਂ ਮੈਂ ਦੱਸਦਾ ਰਿਪੋਰਟ ਦਿੱਤੀ ਕੀ ਆ। ਉਹਨੇ ਦੋ ਗੱਲਾਂ ਉਹਦੇ 'ਚ ਕਹੀਆਂ। ਇੱਕ ਉਹਨੇ ਕਿਹਾ ਜੀ ਬ੍ਰੇਜ਼ਨ ਸਟਾਕਸ ਮੈਨੀਪੂਲੇਸ਼ਨ ਐਂਡ ਅਕਾਊਂਟਿੰਗ ਫਰਾਡ। ਉਹਨੇ ਦੋ ਗੱਲਾਂ ਕਹੀਆਂ। ਇੱਕ ਤਾਂ ਜਿਹੜੇ ਇਹਨਾਂ ਦੇ ਸਟਾਕਸ ਹੈਗੇ ਆ, ਜੋ ਪ੍ਰੈਜ਼ੈਂਟ ਸਟਾਕਸ ਸੀਗੇ ਅਡਾਨੀ ਦੇ, ਉਹਨਾਂ ਦੇ ਵਿੱਚ ਉਹਨਾਂ ਨੇ ਮੈਨੀਪੂਲੇਸ਼ਨ ਕੀਤੀ ਹੈ। ਦੂਸਰਾ ਉਹਨੇ ਕਿਹਾ ਜੀ ਅਕਾਊਂਟਿੰਗ ਫਰਾਡ ਕੀਤਾ ਹੈ। ਮੈਂ ਕੁਐਸਚਨ ਕਰਦਾ ਹਿੰਡਨਬਰਗ ਨੂੰ, ਬੀਇੰਗ ਏ ਇੰਡੀਅਨ ਸਿਟੀਜ਼ਨ, is Hindenburg is a inspecting agency? Is Hindenburg is a international level auditor? Is there any independent agency formulated by IMF or any international group which have credibility? No. ਹਿੰਡਨਬਰਗ ਨੇ ਇੱਕ ਟੇਬਲ ਤੇ ਬੈਠ ਕੇ ਰਿਪੋਰਟ ਬਣਾਈ ਆ। ਉਹਨੇ ਦੋ ਐਲੀਗੇਸ਼ਨ ਲਾਤੇ ਵੀ ਅਡਾਨੀ ਨੇ ਆਪਣੇ ਸਟਾਕਸ ਨੂੰ ਮੈਨੀਪੂਲੇਟ ਕੀਤਾ ਹੈ, ਅਡਾਨੀ ਨੇ ਜਿਹੜਾ ਅਕਾਊਂਟਿੰਗ ਫਰਾਡ ਕੀਤਾ ਹੈ। ਇਹਦਾ ਮਤਲਬ ਜਿਹੜੇ ਇੰਡੀਆ ਦੇ ਆਡੀਟਰਸ ਹੈਗੇ ਆ, ਜਿਹੜੇ ਅਡਾਨੀ ਦੀਆਂ ਬੈਲੈਂਸ ਸ਼ੀਟਾਂ ਨੂੰ ਆਡਿਟ ਕਰਦੇ, ਸਾਡੇ ਚਾਰਟਰਡ ਅਕਾਊਂਟੈਂਟ ਹੈਗੇ ਆ, ਇਜ਼ ਦੇ ਆਰ ਨਾਟ ਕੰਪੀਟੈਂਟ। ਹਾਂ, ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਨੂੰ ਇਹ ਸਭ ਕੁਝ ਨਹੀਂ ਪਤਾ ਲੱਗਾ, ਇੱਕ ਏਜੰਸੀ ਨੂੰ ਪਤਾ ਲੱਗ ਗਿਆ। ਅੱਜ ਇੰਡੀਆ ਦੇ ਪ੍ਰੋਫੈਸ਼ਨਲਸ ਦੀ ਸਾਰੇ ਵਰਲਡ ਦੇ ਵਿੱਚ ਧਾਕ ਜੰਮੀ ਪਈ ਆ ਜੀ। ਕੀ ਸਾਡੇ ਚਾਰਟਰਡ ਅਕਾਊਂਟੈਂਟ, ਮੈਨੂੰ ਫਖਰ ਆ ਸਾਡੇ ਚਾਰਟਰਡ ਅਕਾਊਂਟੈਂਟਾਂ 'ਤੇ, ਉਹ ਬਹੁਤ ਇੰਟੈਲੀਜੈਂਟ ਆ ਸਾਰੇ। ਇਹ ਹੋ ਹੀ ਨਹੀਂ ਸਕਦਾ ਕਦੀ ਉਹਨਾਂ ਨੇ ਮਤਲਬ ਗਲਤ ਅਕਾਊਂਟਸ ਨੂੰ ਆਡਿਟ ਕਰਤਾ ਹੋਵੇ, ਕਿਉਂਕਿ ਜਦੋਂ ਸਟਾਕ ਐਕਸਚੇਂਜ ਦੇ ਵਿੱਚ FPO ਆਉਣਾ ਆ, ਉਹਦੀਆਂ ਆਡਿਟ ਬੈਲੈਂਸ ਸ਼ੀਟਾਂ ਗਈਆਂ ਉਹਨਾਂ ਕੰਪਨੀਆਂ ਦੀਆਂ, ਹੋਰ ਤਾਂ ਕੋਈ ਡਾਕੂਮੈਂਟ ਨਹੀਂ ਹੈਗਾ। ਔਰ ਉਹੀ ਡਾਕੂਮੈਂਟ ਹਿੰਡਨਬਰਗ, ਜੇ ਹਿੰਡਨਬਰਗ ਦੇ ਕੋਲ ਕੋਈ ਐਸੀ ਚੀਜ਼ ਸੀ ਤਾਂ ਉਹਨੂੰ ਆਪਣੀ ਰਿਪੋਰਟ ਓਪਨਲੀ ਮਾਰਕੀਟ 'ਚ ਪਬਲਿਸ਼ ਕਰਨੀ ਚਾਹੀਦੀ ਸੀ ਔਰ ਇਹਨਾਂ ਨੂੰ ਕੁਐਸਚਨ ਕਰਨਾ ਚਾਹੀਦਾ ਸੀਗਾ। ਐਸਾ ਉਹਨੇ ਕੁਝ ਨਹੀਂ ਕੀਤਾ, ਸਿਰਫ ਸਟੇਟ ਫਾਰਵਰਡ ਉਹਨੇ ਟਾਈਮ ਦੇਖਿਆ, ਬਜਟ ਆ ਰਿਹਾ ਇੰਡੀਆ ਦਾ, ਯੂਨੀਅਨ ਬਜਟ ਆ ਰਿਹਾ, ਇੱਧਰੋਂ FPO ਆ ਰਿਹਾ, ਉਹਨਾਂ ਨੇ ਚੱਕ ਕੇ ਉਹਨੂੰ ਆਪਣੀ ਰਿਪੋਰਟ ਜਿਹੜੀ ਹੈਗੀ ਆ ਮਾਰਕੀਟ ਦੇ ਵਿੱਚ ਸਰਕੂਲੇਟ ਕਰਤੀ ਹੈਗੀ ਆ। ਐਲੀਗੇਸ਼ਨ ਦਿਸ ਇਜ਼ ਨਾਟ ਅ ਰਿਪੋਰਟ, ਦਿਸ ਇਜ਼ ਸਿੰਪਲੀ ਅ ਐਲੀਗੇਸ਼ਨ, manipulated allegation circulated against the Adani Group and the Adani Group being a Indian entrepreneur, successful Indian entrepreneur। और ਉਹਦੇ ਨਾਲ ਚੁੱਕੀ ਕੁਛ ਹੋ ਸਕਦਾ ਵੈਸਟਰਨ ਇੰਟਰਸਟਡ ਹੈ ਇੰਡੀਆ ਦੇ ਖਿਲਾਫ ਤਾਕਤਾਂ ਕੰਮ ਕਰ ਰਹੀਆਂ, ਉਹਨਾਂ ਨੇ ਜ਼ਰੂਰ ਇਹਨਾਂ ਨੂੰ ਸਪੋਰਟ ਕੀਤਾ ਹੋਏਗਾ ਹਿੰਡਨਬਰਗ ਨੂੰ। ਜਦੋਂ ਅਜਿਹਾ ਕੁਝ ਹੁੰਦਾ ਹੈ, ਜਿੱਦਾਂ ਮੰਨ ਲਓ ਕਿ ਇਹ ਗੱਲ ਪੂਰੀ ਇੰਡੀਆ ਦੀ ਸਾਖ ਨਾਲ, ਇਕਨੋਮੀ ਦੇ ਨਾਲ ਔਰ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਜਿਹੜੀ ਸਾਖ ਹੈਗੀ ਹੈ ਉਹਦੇ ਨਾਲ ਜੁੜੀ ਹੋਈ ਹੈ, ਤੇ ਇਹ ਅਜਿਹੀ ਕਿਸੇ ਏਜੰਸੀ ਦੀ ਰਿਪੋਰਟ ਲੋਕ ਸਭਾ ਦੇ ਵਿੱਚ ਉਹਦੇ ਤੇ ਬਹਿਸ ਹੋਣੀ ਚਾਹੀਦੀ ਜਾਂ ਹੰਗਾਮਾ ਹੋਣਾ ਚਾਹੀਦਾ, ਜਿਹੜੀ ਏਜੰਸੀ ਕੋਈ ਜੇ ਕਿਹਾ ਜਾ ਸਕਦੇ ਕੋਈ ਆਧਾਰ ਹੀ ਨਹੀਂ ਰੱਖਦੀ? ਨਹੀਂ ਰਾਣਾ ਜੀ, ਬਹੁਤ ਵਾਜਬ ਸਵਾਲ ਆ ਤੁਹਾਡਾ ਇਹ। ਮੈਂ ਇਹੀ ਗੱਲ ਕਹਿ ਰਿਹਾ ਕਿ ਅਗਰ ਇਹ IMF ਨੇ ਕੋਈ ਇਸ ਤਰ੍ਹਾਂ ਦੀ ਏਜੰਸੀ ਡਿਪਿਊਟ ਕਰਕੇ ਇਨਵੈਸਟੀਗੇਸ਼ਨ ਕਰਾਈ ਹੁੰਦੀ, ਜਾਂ ਈਵਨ ਇੰਡੀਆ ਦੀ ਕਿਸੇ ਏਜੰਸੀ ਨੇ ਇਨਵੈਸਟੀਗੇਸ਼ਨ ਕਰਾਈ ਹੁੰਦੀ, ਜਾਂ ਕਿਸੇ ਇੰਟਰਨੈਸ਼ਨਲ ਕ੍ਰੈਡਿਟ ਰੇਟਿੰਗ ਏਜੰਸੀ ਨੇ ਇਨਵੈਸਟੀਗੇਸ਼ਨ ਕਰਾਈ ਹੁੰਦੀ, ਉਹਦੀ ਅਥੈਂਟਿਸਿਟੀ ਹੁੰਦੀ, ਤਾਂ ਮੈਂ ਸਮਝਦਾ ਸੀਗਾ ਵੀ ਉਹਨੂੰ ਤੁਸੀਂ 0 ਆਵਰ ਦੇ ਵਿੱਚ ਡਿਸਕਸ ਕਰ ਲਓ। ਅਦਰਵਾਈਜ਼ ਇਹ ਸਾਡੇ ਐਜ਼ ਪਰ ਆਵਰ ਕਨਸਟੀਟਿਊਸ਼ਨ ਸਾਡੇ ਏਜੰਡੇ 'ਚ ਨਹੀਂ ਆ ਸਕਦਾ। ਉਹਦਾ ਇੱਕ ਕਾਰਨ ਆ, ਤੁਸੀਂ LIC ਦਾ ਜ਼ਿਕਰ ਕੀਤਾ। LIC ਨੂੰ 18,000 ਸਮਥਿੰਗ ਕਰੋੜ ਦੀ ਤੁਸੀਂ ਕਹਿੰਦੇ ਆ ਜੀ, 18,600 ਜੋ ਮੀਡੀਆ ਜਾ ਰਿਹਾ ਜੀ, ਘਾਟਾ ਪੈ ਗਿਆ। ਬਿਲਕੁਲ ਹਾਂਜੀ, ਇਹ ਵੀ ਗਲਤ ਹੈ। ਉਹਦਾ ਕਾਰਨ ਹੈ ਟੋਟਲ ਜਿਹੜਾ ਇਹ ਸੀਗਾ ਤੁਹਾਡਾ FPO, ਇਹ 20,000 ਕਰੋੜ ਦਾ ਤਾਂ ਸੀਗਾ ਸਾਰਾ ਜੀ। 20,000 ਕਰੋੜ ਦੇ ਵਿੱਚੋਂ ਹੁਣ ਮੈਂ ਤੁਹਾਨੂੰ ਫਿਗਰਸ ਦਿੰਨਾ ਕੁਛ ਕਿਸ ਤਰ੍ਹਾਂ FPO ਜਿਹੜਾ ਹੈਗਾ ਆ 1.12 ਟਾਈਮਸ ਸਬਸਕ੍ਰਾਈਬ ਹੋ ਗਿਆ। That means this FPO was over subscribed। ਜਿੰਨਾ ਉਹਨਾਂ ਨੇ ਇਸ਼ੂ ਲਿਆਂਦਾ ਸੀਗਾ ਉਹ ਤੋਂ ਜ਼ਿਆਦਾ ਮਤਲਬ ਲੋਕਾਂ ਦਾ ਰਿਸਪੌਂਸ ਮਿਲ ਗਿਆ ਇਹਨੂੰ। ਓਕੇ, 1.12 ਟਾਈਮਸ। ਔਰ ਉਹਦੇ ਵਿੱਚ ਵੀ ਕੀ ਹੈਗਾ ਆ, ਇਹ ਸੀਗਾ ਜਿਹੜਾ ਅਸੀਂ ਦੇਖਣਾ ਕੀ ਹੁੰਦਾ ਰਿਟੇਲ ਇਨਵੈਸਟਰ ਦਾ ਹਾਹਾਕਾਰ ਕਿੱਥੇ ਮਚੀ ਆ ਰਿਟੇਲ ਇਨਵੈਸਟਰ 'ਚ, ਕਿਉਂਕਿ ਰਿਟੇਲ ਇਨਵੈਸਟਰ ਕਿਸੇ ਨੇ ਥੋੜ੍ਹੇ ਪੈਸੇ ਲਾਏ, ਕਿਸੇ ਨੇ ਕਿਸ ਤਰ੍ਹਾਂ ਲਾਏ ਆ, ਉਹਦੀ ਜਦੋਂ ਪੂੰਜੀ ਲੁੱਟਦੀ ਆ ਤਾਂ ਉਹ ਜ਼ਿਆਦਾ ਪਬਲਿਕ ਦੇ ਵਿੱਚ ਹਿਊ ਐਂਡ ਕਰਾਈ ਮਚਦੀ, ਰੌਲਾ ਪੈਂਦਾ। ਹਾਂਜੀ, ਔਰ ਉਹ
ਉਹਨਾਂ ਦਾ ਹਿੱਸਾ ਕਿੰਨਾ ਸੀਗਾ? ਓਨਲੀ 0.12 ਟਾਈਮਸ, ਦੈਟ ਮੀਨਸ 12%। 12% ਸੀਗਾ ਜਿਹੜਾ ਬਣਦਾ ਓਨਲੀ 27.45 ਲੱਖ ਸ਼ੇਅਰਸ। ਅਗੇਂਸਟ ਕੋਟਾ ਕਿੰਨਾ ਸੀ ਸ਼ੇਅਰਾਂ ਦਾ? 2.29 ਕਰੋੜ ਸ਼ੇਅਰਸ। ਟੋਟਲ ਜਿਹੜੇ ਸ਼ੇਅਰ ਸੀਗੇ 2.29 ਕਰੋੜ ਸੀਗੇ। ਉਹਦੇ ਅਗੇਂਸਟ ਇਹ ਜਿਹੜੇ 12% ਬਣਦਾ 27.45 ਲੱਖ ਸ਼ੇਅਰ ਸੀਗੇ ਜਿਹੜੇ ਰਿਟੇਲ ਇਨਵੈਸਟਰ ਦੇ ਸੀਗੇ। ਜਿਹੜੇ ਬਾਕੀ ਦੇ ਸ਼ੇਅਰ ਸੀਗੇ 2.29 ਦੇ ਵਿੱਚੋਂ ਕੱਢ ਦਿਓ, ਲਗਭਗ ਜਿਹੜੇ 2 ਕਰੋੜ ਸ਼ੇਅਰਸ ਹੈਗੇ ਆ, ਉਹ ਕਿਹਦੇ ਸੀਗੇ? ਫੋਰਨ ਇੰਸਟੀਟਿਊਸ਼ਨਲ ਇਨਵੈਸਟਰਸ ਦੇ। ਓਕੇ। ਜਾਂ ਇੰਡੀਆ ਦੀਆਂ ਜਿਹੜੀਆਂ ਇੰਸਟੀਟਿਊਸ਼ਨਲ ਇਨਵੈਸਟਰਸ ਆ, ਦੋ ਤਰ੍ਹਾਂ ਦੇ ਹੈ। ਇੱਕ ਹੈ ਰਿਟੇਲ ਇਨਵੈਸਟਰ, ਇੱਕ ਹੈ ਜਿਹੜੇ ਇੰਸਟੀਟਿਊਟ ਜਿਹਦੇ 'ਚ LIC ਵੀ ਆਉਂਦਾ ਜੀ। ਇੰਸਟੀਟਿਊਸ਼ਨਲ ਇਨਵੈਸਟਰਸ ਦੇ ਸੀਗੇ। ਉਹਨਾਂ ਲੋਕਾਂ ਨੇ ਤਾਂ ਪਹਿਲਾਂ ਇਹਨੂੰ ਓਵਰ ਸਬਸਕ੍ਰਾਈਬ ਕਰਤਾ। ਅੱਛਾ, ਰਹਿ ਗਈ ਹੁਣ ਗੱਲ ਘਾਟਾ ਪੈਣ ਦੀ। ਘਾਟਾ ਕਿੱਦਾਂ ਪਿਆ? ਜਿਸਲੇ ਇਨ ਵਨ ਗੋ ਇਹ ਜਿਹੜੀ ਚਨਕਿਆ ਨੀਤੀ ਆ ਨਾ, ਸਾਡਾ ਵਿਰਾਸਤ ਆ ਸਾਡੇ ਇਸ ਹਿੰਦੁਸਤਾਨ ਦੀ, ਕਿ ਚਨਕਿਆ ਦੀ ਜਿਹੜੀ ਨੀਤੀ ਉਹਨੂੰ ਹਰ ਜਗ੍ਹਾ ਕੋਟ ਕੀਤਾ ਜਾਂਦਾ। ਉਹ ਕਹਿੰਦੇ ਸੀਗੇ ਜਿਸਲੇ ਕੋਈ ਕੁਟਲ ਨੀਤੀ ਚੱਲੇ ਤੁਹਾਡੇ ਖਿਲਾਫ, ਜਿੱਦਾਂ ਹਿੰਡਨਬਰਗ ਨੇ ਚੱਲੀ, ਅਡਾਨੀ ਗਰੁੱਪ ਨਹੀਂ, ਹਿੰਦੁਸਤਾਨ ਦੇ ਖਿਲਾਫ ਕੁਟਲ ਨੀਤੀ ਚੱਲੀ ਆ ਜੀ ਜੀ, ਉਹਦਾ ਜਵਾਬ ਦੇਣ ਵਾਸਤੇ ਜੇ ਤੁਹਾਨੂੰ ਇੱਕ ਕਦਮ ਜਾਂ 2 ਕਦਮ ਮੌਕੇ ਤੇ ਪਿੱਛੇ ਵੀ ਹਟਾਣੇ ਪੈਣ ਤਾਂ ਹਟਾਓ। ਉਹ ਤੁਹਾਡੀ ਨੀਤੀ ਆ, ਰਣਨੀਤੀ ਆ। 2 ਕਦਮ ਪਿੱਛੇ ਲੈ ਕੇ ਫਿਰ ਅਟੈਕ ਕਰੋ। ਸਾਡੀ ਇੰਡੀਅਨ ਆਰਮੀ ਵੀ ਇੱਦਾਂ ਹੀ ਕਰਦੀ ਹੈ। 2 ਕਦਮ ਪਿੱਛੇ ਹਟ ਕੇ 6 ਕਦਮ ਅੱਗੇ ਜਾ ਕੇ ਠੋਕ ਦਿੰਦੇ ਬੰਦਾ। ਅਕਸਰ ਉਦਾਹਰਨ ਦਿੱਤੀ ਜਾਂਦੀ ਹੈ ਕਿ ਜਦੋਂ ਸ਼ੇਰ 2 ਕਦਮ ਪਿੱਛੇ ਹਟਦਾ ਤਾਂ ਇਹ ਨਾ ਸੋਚਿਆ ਜਾਵੇ ਕਿ ਉਹ ਡਰ ਕੇ ਪਿੱਛੇ ਹੋ ਰਿਹਾ। ਉਹਨੇ ਅੱਜ ਕੀ ਕੀਤਾ? ਇਮੀਡੀਏਟਲੀ ਜਦੋਂ ਇਹ ਰੌਲਾ ਪਿਆ, ਉਹਨੇ ਜਦੋਂ ਦੇਖਿਆ ਅਡਾਨੀ ਨੂੰ ਨਹੀਂ ਫਰਕ ਪੈ ਰਿਹਾ, ਉਹਨੇ ਜਦੋਂ ਦੇਖਿਆ ਮੇਰੇ ਹਿੰਦੁਸਤਾਨ ਦੀ ਸਾਖ ਦੇ ਉੱਪਰ ਇਹ ਬੱਟਾ ਲਾਉਣ ਦੀ ਕੋਸ਼ਿਸ਼ ਹੋ ਰਹੀ ਆ, ਹਿੰਦੁਸਤਾਨ ਦੇ ਪ੍ਰੋਫੈਸ਼ਨਲਸ ਦੀ ਸਾਖ ਤੇ ਬੱਟਾ ਲਾਉਣ ਦੀ ਕੋਸ਼ਿਸ਼ ਹੋ ਰਹੀ ਆ, ਹਿੰਦੁਸਤਾਨ ਦੀਆਂ ਸਰਕਾਰਾਂ ਨੂੰ ਡਾਊਟਫੁਲ ਕਿਹਾ ਜਾ ਰਿਹਾ, ਉਹਦੇ ਬੋਰਡ ਆਫ ਡਾਇਰੈਕਟਰ ਨੇ ਇਮੀਡੀਏਟਲੀ ਇਹ ਡਿਸੀਜਨ ਲਿਆ। ਕਹਿੰਦੇ ਹਾਲਾਂਕਿ ਸਾਡਾ ਜਿਹੜਾ FPO ਹੈਗਾ ਓਵਰ ਸਬਸਕ੍ਰਾਈਬ ਆ, ਉਸ ਦੇ ਬਾਵਜੂਦ ਇਹ ਮੋਰਲੀ ਗਲਤ ਹੋਊਗਾ ਜੇ ਅਸੀਂ ਇਸ FPO ਨੂੰ ਕੰਟੀਨਿਊ ਕਰੀਏ। ਔਨ ਮੋਰਲ ਗਰਾਊਂਡਸ ਉਹਨਾਂ ਨੇ ਡਿਸੀਜਨ ਲਿਆ, ਅਸੀਂ ਇਮੀਡੀਏਟਲੀ ਜਿਹੜਾ ਹੈਗਾ ਆ ਇਹਨੂੰ ਜਿਹੜਾ ਅਸੀਂ ਕਾਲ ਆਫ ਕਰ ਰਹੇ ਹਾਂ, ਇਹਨੂੰ ਜਿਹੜਾ ਰੋਲ ਬੈਕ ਕਰ ਰਹੇ ਹੈਗੇ FPO ਨੂੰ। ਲੇਕਿਨ ਉਹਦੇ ਨਾਲ ਉਹਨੇ ਜਿਹੜਾ ਰਿਟੇਲ ਇਨਵੈਸਟਰ ਸੀਗਾ ਜਾਂ ਇੰਸਟੀਟਿਊਸ਼ਨਲ ਇਨਵੈਸਟਰ ਸੀਗਾ ਜਾਂ ਫੋਰਨ ਇੰਸਟੀਟਿਊਸ਼ਨਲ ਇਨਵੈਸਟਰ ਸੀਗਾ, ਜਿਹ 'ਚ LIC ਵੀ ਹੈ, ਉਹਨੇ ਨਾਲੇ ਹੀ ਕਹਿ ਦਿੱਤਾ ਵੀ ਜਿੰਨਾ ਰੁਪਈਆ ਤੁਸੀਂ ਸਬਸਕ੍ਰਾਈਬ ਲਾਇਆ ਹੈਗਾ ਆ ਉਹ ਤੁਹਾਨੂੰ ਇਮੀਡੀਏਟਲੀ ਸਾਰਾ ਰਿਟਰਨ ਬੈਕ ਹੋਊਗਾ। ਹੁਣ ਦੱਸੋ ਲਾਸ ਕਿੱਥੇ ਰਹਿ ਗਿਆ ਜੀ? ਜਿੰਨਾ ਰੁਪਈਆ LIC ਨੇ ਲਾਇਆ ਉਹ ਵਿਦਿਨ ਡੇਜ਼ ਉਹਨਾਂ ਨੇ ਅਨਾਊਂਸ ਕਰਤਾ ਕਿ ਉਹਨਾਂ ਨੇ ਇੰਸਟਰਕਸ਼ਨਸ ਦੇ ਦਿੱਤੀਆਂ, ਆਪਣਾ ਸਾਰਾ ਜੋ ਸਿਸਟਮ ਹੈ ਕਿ ਸਾਰਿਆਂ ਦਾ ਰੁਪਈਆ ਜਿਹੜਾ ਹੈਗਾ ਇਹਦੇ 'ਚ ਫੰਡ ਮੈਨੇਜਰਸ ਹੁੰਦੇ ਆ, ਸਭ ਕੁਝ ਹੁੰਦਾ, ਉਹ ਸਾਰਾ ਰੁਪਈਆ ਜਿਹੜਾ ਹੈਗਾ ਆ ਇਮੀਡੀਏਟਲੀ ਜਿਹੜਾ ਹੈਗਾ ਗੋਇੰਗ ਟੂ ਰਿਟਰਨ ਬੈਕ। ਹੁਣ ਮੈਨੂੰ ਦੱਸੋ ਲਾਸ ਕਿੱਥੇ ਰਹਿ ਗਿਆ? ਤੇ ਫਿਰ ਜਿਹੜੀ ਵਿਰੋਧੀ ਧਿਰ ਹੈ, ਖਾਸ ਕਰ ਕਾਂਗਰਸ ਦੇ ਪਵਨ ਖੇੜਾ ਹੈਗੇ, ਉਹਨਾਂ ਨੇ ਬਕਾਇਦਾ ਕਾਂਗਰਸ ਦੇ ਹੈੱਡਕੁਆਟਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਔਰ ਤਰ੍ਹਾਂ ਦੇ ਜਿਹੜੇ ਆ ਨਾ ਉਹ ਮਤਲਬ ਉਦਾਹਰਨਾਂ ਦਿੱਤੀਆਂ। ਉਹਨਾਂ ਨੇ ਵਿੱਚ ਕਿਹਾ ਕਿ ਭੰਵਰੇ ਨੇ ਖਿਲਾਇਆ ਫੂਲ ਕੋ ਲੈ ਗਿਆ ਹੈਂਡਨਬਰਗ। ਮਤਲਬ ਅਜੀਬ ਜੀਆਂ ਉਦਾਹਰਨਾਂ ਉਹਨਾਂ ਨੇ ਦਿੱਤੀਆਂ ਕਿ ਮੋਦੀ ਜੀ ਦੀ ਜਿਹੜੀ 20 ਸਾਲ ਦੀ ਮਿਹਨਤ ਸੀਗੀ, ਜਿਸ ਨੂੰ 20 ਸਾਲ ਉਹਨਾਂ ਨੇ ਪਾਲ ਪੋਸ ਕੇ ਵੱਡਾ ਕੀਤਾ। ਜਦੋਂ CM ਸੀਗੇ ਗੁਜਰਾਤ ਦੇ ਉਦੋਂ ਵੀ, ਔਰ ਜਦੋਂ PM ਬਣ ਗਏ ਹਿੰਦੁਸਤਾਨ ਦੇ ਉਦੋਂ ਵੀ ਅਡਾਨੀ ਨੂੰ ਉਹਨਾਂ ਨੇ ਪਾਲ ਪੋਸ ਕੇ ਵੱਡਾ ਕੀਤਾ। ਲੇਕਿਨ ਉਹਦੇ ਨਾਲ ਹੋਇਆ ਕੀ? ਤੇ ਇਹ ਕੀ ਕਿਹਾ ਜਾ, ਇਹਨੂੰ ਇਹ ਮੰਨਿਆ ਜਾਵੇ ਕਿ ਪਬਲਿਕ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਹੁੰਦਾ ਜੀ, ਜਿਹੜੇ ਪੋਲੀਟੀਕਲ ਲੋਕ ਹੁੰਦੇ ਆ ਨਾ, ਉਹ ਲੋਕ ਪੋਲੀਟੀਕਲ ਮੋਟਿਵ ਲਈ ਕਈ ਵਾਰੀ ਸਟੇਟਮੈਂਟਸ ਨੂੰ ਇਸ ਤਰ੍ਹਾਂ ਘੁਮਾ ਫਿਰਾ ਕੇ ਪਬਲਿਕ ਦੇ ਵਿੱਚ ਲਿਆਉਂਦੇ ਆ ਤਾਂ ਕਿ ਪਬਲਿਕ ਇਮੋਸ਼ਨਲੀ ਹਿੱਟ ਹੋ ਜਾਏ ਕਿਸੇ ਨਾਲ। ਹੁਣ ਭੰਵਰੇ ਨੇ ਖਿਲਾਇਆ ਫੂਲ ਤਾਂ ਉਹਨਾਂ ਨੇ ਖਿਲਾਉਣ ਦੀ ਕੋਸ਼ਿਸ਼ ਕੀਤੀ ਅਡਾਨੀ ਨੇ, ਭੰਵਰਾ ਹੀ ਸੀ। ਜਦੋਂ ਉਹਨੂੰ ਇਹ ਪਤਾ ਲੱਗਾ ਵੀ ਇਹਨੂੰ ਤਾਂ ਮਤਲਬ ਆਪਣੇ ਗਲਤ ਲੋਕਾਂ ਦੇ ਜ਼ਰੀਏ ਇੱਥੇ ਅਟੈਕ ਕੀਤਾ ਜਾ ਰਿਹਾ ਫੂਲ ਤੇ, ਉਹਨੇ ਫੂਲ ਨੂੰ ਬਚਾਉਣ ਦੀ ਖਾਤਰ ਉਹਨੇ FPO ਰੋਲ ਬੈਕ ਕਰ ਲਿਆ। ਉਹ ਨਾਲ ਰੋਲ ਬੈਕ ਨਾਲ ਉਹਨੇ ਇੱਕ ਸਟੇਟਮੈਂਟ ਦਿੱਤੀ ਹੈ, that statement is now in public domain। ਉਹਨੇ ਉਹਦੇ 'ਚ ਇਹ ਗੱਲ ਕਹੀ ਆ, ਥੈਂਕਸ ਵੀ ਕੀਤਾ, ਪੈਸਾ ਵੀ ਰਿਟਰਨ ਕਰਾਂਗਾ,
ਉਹਦੇ 'ਚ ਉਹਨੇ ਗੱਲ ਕਿਹਾ ਆ, once the market is stabilized, we will come with the new strategy. So that means ਜੋ ਹਿੰਡਨਬਰਗ ਨੇ ਕੁਝ ਤਾਕਤਾਂ ਹਿੰਦੁਸਤਾਨ ਦੀਆਂ ਵਿਰੋਧੀ ਤਾਕਤਾਂ ਦੇ ਹੱਥਾਂ 'ਚ ਖੇਡਦੇ ਹੋਏ ਜਿਹੜਾ ਉਹਨੇ ਇਹ ਅਟੈਕ ਕੀਤਾ, ਅਡਾਨੀ ਨੇ ਮੋਰੇ ਇਹ ਕਹਿਤਾ, ਉਹਨਾਂ ਦੇ ਬੋਰਡ ਆਫ ਡਾਇਰੈਕਟਰ ਨੇ ਇਹ ਗੱਲ ਕਹੀ ਆ ਵੀ ਅਸੀਂ ਜਸਟ ਵੇਟ ਕਰ ਰਹੇ ਹਾਂ ਜਿੱਦਾਂ ਮਾਰਕੀਟ ਸਟੈਬਲਾਈਜ਼ ਹੁੰਦੀ ਆ। ਉਹਨਾਂ ਨੇ ਇਹ ਨਹੀਂ ਕਹਿਤਾ ਪਰਮਾਨੈਂਟਲੀ ਰੋਲ ਬੈਕ ਹੋ ਗਿਆ, ਉਹ ਕਹਿੰਦੇ ਅਸੀਂ ਨਵੀਂ ਸਟ੍ਰੈਟਜੀ ਨਾਲ ਆਵਾਂਗੇ। ਬਿਲਕੁਲ। ਸੋ ਪਤਾ ਤਾਂ ਫਿਰ ਲੱਗੇਗਾ ਨਾ। ਨਹੀਂ ਤਾਂ ਫਿਰ ਜਿਹੜੇ ਵਿਰੋਧੀ ਧਿਰ ਦੇ ਲੀਡਰ ਹੈਗੇ ਕਿ ਇਹ ਦੇਸ਼ ਦੀ ਜਿਹੜੀ ਸਾਖ ਹੈਗੀ ਆ, ਦੇਸ਼ ਦੀ ਜਿਹੜੀ ਰੈਪੂਟੇਸ਼ਨ ਹੈ, ਇਹ ਸਿਰਫ ਪੋਲੀਟੀਕਲ ਗਰਾਊਂਡ 'ਤੇ ਆ ਕੇ ਇਸ ਚੀਜ਼ ਨੂੰ ਕੰਪਰੋਮਾਈਜ਼ ਕਰ ਦਿੰਦੇ ਆਪਾਂ। ਕਿਉਂਕਿ ਪਵਨ ਖੇੜਾ ਜੀ ਦੀ ਮੈਂ ਕਿਉਂ ਜ਼ਿਕਰ ਕਰ ਰਿਹਾ, ਕਿਉਂਕਿ ਉਹਨਾਂ ਨੇ ਹੀ ਖੁੱਲ੍ਹ ਕੇ ਇਹ ਇੱਕ ਪੀਸੀ ਕੀਤੀ ਹੈ ਜਿਹੜੀ ਕਾਂਗਰਸ ਦੇ ਹੈੱਡਕੁਆਟਰ ਤੋਂ। ਉਹਨਾਂ ਨੇ ਕਈ ਚੀਜ਼ਾਂ ਜਿੱਦਾਂ ਇਹ ਕਿਹਾ ਕਿ ਭੰਵਰੇ ਨੇ ਖਿਲਾਇਆ ਫੂਲ, ਇੱਕ ਉਹਨਾਂ ਨੇ ਕਿਹਾ ਕਿ LIC ਦੀ ਟੈਗਲਾਈਨ ਜਿਹੜੀ ਸੀਗੀ ਕਿ ਜ਼ਿੰਦਗੀ ਕੇ ਸਾਥ ਵੀ ਔਰ ਜ਼ਿੰਦਗੀ ਕੇ ਬਾਅਦ ਵੀ, ਤੇ ਹੁਣ ਜਿਹੜੀ ਟੈਗਲਾਈਨ ਬਦਲਣੀ ਪੈਣੀ ਹੈ ਕਿ ਜ਼ਿੰਦਗੀ ਕੇ ਸਾਥ ਵੀ ਅਡਾਨੀ ਕੇ ਸਾਥ, ਜ਼ਿੰਦਗੀ ਕੇ ਸਾਥ ਨਹੀਂ ਅਬ ਅਡਾਨੀ ਕੇ ਸਾਥ, ਕਹਿੰਦੇ ਇਹ ਬਣਾਉਣੀ ਪਏਗੀ। ਦੇਖੋ ਪਵਨ ਖੇੜਾ ਜੀ ਕਾਂਗਰਸ ਦੇ ਰਿਸਪੈਕਟੇਬਲ ਪ੍ਰਵਕਤਾ ਹੈਗੇ ਆ ਜੀ, ਲੇਕਿਨ ਇਹਦਾ ਮਤਲਬ ਇਹ ਨਹੀਂ ਹੁੰਦਾ। ਹਾਂ, ਇਹ ਜ਼ਰੂਰ ਸੀਗਾ ਇਹ ਪੀਸੀ ਕਰਨ ਤੋਂ ਪਹਿਲਾਂ ਬੈਟਰ ਸੀਗਾ ਜਿਹੜੀ ਸਾਡੀ ਸਟਾਕ ਐਕਸਚੇਂਜ ਹੈ ਜਿੱਥੇ ਇਹ FPO ਆਲਰੇਡੀ ਰਜਿਸਟਰਡ ਹੋਇਆ, ਅਗਰ ਉਹਨਾਂ ਦੇ ਕੋਲੋਂ ਵੀ ਆਫੀਸ਼ੀਅਲੀ ਸਾਰਾ ਡਾਟਾ ਕਲੈਕਟ ਕਰ ਲੈਂਦੇ। ਸੈਕੰਡ ਇਹ ਆ, ਅਸੀਂ ਇਹ ਦੇਖਣਾ ਕਿ ਰੋਲ ਬੈਕ ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਵੈਦਰ ਵਿਦਨ ਦੀ ਫਰੇਮਵਰਕ ਆਫ ਰੂਲਸ ਔਰ ਨਾਟ। ਅਗਰ ਰੂਲਸ ਪਰਮਿਟ ਕਰ ਰਹੇ ਆ, ਉਹਨਾਂ ਨੇ ਰੋਲ ਬੈਕ ਕਰ ਲਿਆ। ਅਗਰ ਅਡਾਨੀ ਛੱਡੋ, ਅਗਰ ਟਾਟਾ ਹੁੰਦਾ ਇੱਥੇ, ਰਿਲਾਇੰਸ ਹੁੰਦਾ ਜਾਂ ਹੋਰ ਵੀ ਕੋਈ ਇੰਡੀਅਨ ਗਰੁੱਪ ਹੁੰਦਾ, ਤੇ ਕੀ ਉਹਨਾਂ ਦੇ ਨਾਲ ਵੀ ਜੀ ਇਸ ਤਰ੍ਹਾਂ ਹੋ ਜਾਂਦਾ ਤਾਂ ਫਿਰ ਵੀ ਤੁਸੀਂ ਗਵਰਨਮੈਂਟ ਨੂੰ ਬਲੇਮ ਕਰਦੇ। ਇਹਨਾਂ ਨੇ ਫਿਰ ਵੀ ਗਵਰਨਮੈਂਟ ਨੂੰ ਬਲੇਮ ਕਰਨਾ ਸੀਗਾ। ਹਾਂ, ਕਿਉਂਕਿ ਜਦੋਂ ਸੱਤਾ 'ਚ ਜਿਹੜੀ ਪਾਰਟੀ ਹੈਗੀ ਹੈ, ਸੱਤਾ ਜਿਨ੍ਹਾਂ ਦੇ ਨਾਮ ਹੈਗੀ ਇਸ ਵੇਲੇ, ਤੇ ਜ਼ਾਹਿਰ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਨਫਾ ਜਾਂ ਨੁਕਸਾਨ ਜਿਹੜਾ ਹੈਗਾ ਉਹ ਸਰਕਾਰ ਦੇ ਹਿੱਸੇ 'ਚ ਪਾਤਾ ਜਾਂਦਾ। ਤੁਸੀਂ ਦੇਖੋ ਜੀ, ਇਹੋ ਜਿਹੀ ਗੱਲ ਸੀਗੀ, ਅਡਾਨੀ ਨੇ ਇਜ਼ਰਾਈਲ ਦੇ ਵਿੱਚ ਹੁਣ ਕੱਲ ਟੇਕ ਓਵਰ ਕੀਤਾ ਉੱਥੇ ਪ੍ਰੋਜੈਕਟ, ਜਾਂ ਹੁਣ ਇੰਡੀਆ ਬਜਟ ਦੇ 50 ਉਹਨਾਂ ਨੇ 에ਅਰਪੋਰਟ ਔਰ ਮਤਲਬ ਹੈਲੀਕਾਪਟਰ ਪੋਰਟਸ ਦਾ ਅਨਾਉਂਸ ਕੀਤਾ। ਹੁਣ ਇਹਦੀ ਜਦੋਂ ਬਿਡ ਆਉਣੀ ਹੈ, ਜਿਸਲੇ ਟੈਂਡਰਸ ਲੱਗਣੇ ਆ, ਹੁਣ ਉਹ ਟੈਂਡਰਸ ਦੇ ਵਿੱਚ ਪਵਨ ਖੇੜਾ ਜੀ ਨੂੰ ਇਹ ਕਹਿਣਾ ਚਾਹੀਦਾ ਸੀਗਾ ਕਿ ਜੀ ਅਡਾਨੀ ਗਰੁੱਪ ਦੇ ਨਾਲ ਆਪ 10 ਗਰੁੱਪ ਆ ਇੰਡੀਆ ਦੇ ਇੰਡਸਟਰੀਅਲ ਜਿਹੜੇ ਕਿ ਕੰਪੀਟ ਕਰਨਗੇ। ਉਹ ਇਹ ਡਿਮਾਂਡ ਕਰਨੀ ਸੀ, ਇਹ ਜਿਹੜੀ ਬਿਡ ਹੋਗੀ ਟਰਾਂਸਪੇਰੈਂਟ ਹੋਗੀ, ਉਹ ਕੰਪੀਟ ਕਰਨ। ਜਿਹੜਾ ਕੰਪੀਟੀਸ਼ਨ 'ਚ ਆ ਕੇ ਲੈ ਜਾਂਦਾ ਲੈ ਜਾਏ, ਚਾਹੇ ਉਹ ਅਡਾਨੀ ਲੈ ਜਾਏ, ਚਾਹੇ ਟਾਟਾ ਲੈ ਜਾਵੇ, ਚਾਹੇ ਰਿਲਾਇੰਸ ਲੈ ਜਾਵੇ, ਚਾਹੇ ਜਿਹੜੇ ਪਵਨ ਖੇੜਾ ਜੀ ਦੇ ਸੰਪਰਕ 'ਚ ਹੈਗੇ ਆ ਲੋਕ, ਉਹ ਗਰੁੱਪ ਅੱਗੇ ਆ ਕੇ ਲੈ ਜਾਣ। ਗੱਲ ਤਾਂ ਕੰਪੀਟੀਸ਼ਨ 'ਚ ਆਓ ਨਾ। ਅਸੀਂ ਅੱਜ ਪਬਲਿਕ ਜਿਹੜੀ ਹਿੰਦੁਸਤਾਨ ਦੀ ਐਡੀ ਸਿਆਣੀ ਆ, ਉਹਨਾਂ ਨੇ ਸੈਕਿੰਡ ਟਾਈਮ ਅਗਰ ਇਸ ਗਵਰਨਮੈਂਟ ਨੂੰ ਮੈਂਡੇਟ ਦਿੱਤਾ 2024 ਦੇ ਵਿੱਚ, ਅੱਗੇ ਇਲੈਕਸ਼ਨ ਆ ਰਿਹਾ ਅਗਲਾ ਲੋਕ ਸਭਾ ਦਾ, ਸੋ ਪਬਲਿਕ ਤੇ ਛੱਡੋ ਨਾ। ਜੇ ਪਬਲਿਕ ਕਾਂਗਰਸ ਨੂੰ 300+ ਸੀਟਾਂ ਦੇ ਦੇਵੇ ਤਾਂ ਕੋਈ ਉਸ ਨੂੰ ਇਤਰਾਜ਼ ਥੋੜੀ ਆ। ਬਿਲਕੁਲ ਠੀਕ ਹੈ। ਫਿਰ ਇਹੀ ਅਡਾਨੀ ਨੇ ਕਾਂਗਰਸ ਨਾਲ ਵੀ ਚੱਲ ਪੈਣਾ। ਅਡਾਨੀ ਤਾਂ ਅੱਜ ਵੀ ਗਹਿਲੋਤ ਸਾਹਿਬ ਕੋਲ ਚੱਲ ਰਿਹਾ, ਰਾਜਸਥਾਨ ਦੇ ਵਿੱਚ ਵੀ ਚੱਲ ਰਿਹਾ, ਉੱਥੇ ਤਾਂ ਕਾਂਗਰਸ ਦੀ ਸਰਕਾਰ ਸੀਗੀ। ਅਡਾਨੀ ਨੂੰ ਅੱਜ ਹਿਮਾਚਲ ਦੇ ਵਿੱਚ ਉਹਦੇ ਪਲਾਂਟਸ ਲੱਗੇ ਹੋਏ ਹੈਗੇ ਆ, ਉੱਥੇ ਦੇ ਮੁੱਖ ਮੰਤਰੀ ਸੁਖੂ ਸਾਹਿਬ ਉਹ ਟਰਾਂਸਪੋਰਟਰਾਂ ਨੂੰ ਰਿਕੁਐਸਟ ਕਰ ਰਹੇ ਆ ਵੀ ਤੁਸੀਂ ਆਪਣਾ ਫਰੇਟ ਘਟਾਓ ਥੋੜ੍ਹਾ। ਉਹਦਾ ਮਤਲਬ ਕੀ ਹੈ ਵੀ ਮੈਂ ਅਡਾਨੀ ਨੂੰ ਕਨਵਿੰਸ ਕਰਦਾ ਵੀ ਤੂੰ ਆਪਣੇ ਪਲਾਂਟ ਚਲਾ। ACC ਉੱਥੇ, ਅੰਬੂਜਾ ਉੱਥੇ, ਇਹ ਸਾਰੇ ਅਡਾਨੀ ਦੇ ਹੀ ਹੈ ਨਾ ਗਰੁੱਪ ਦੇ। ਜੀ ਜੀ। ਹੁਣ ਉਹ ਕਹਿਣ ਜੀ ਮੈਂ ਤਾਂ ਕਾਂਗਰਸ ਦਾ ਮੁੱਖ ਮੰਤਰੀ ਹਾਂ, ਮੈਂ ਤਾਂ ਅਡਾਨੀ ਨਾਲ ਗੱਲ ਨਹੀਂ ਕਰਨੀ। ਮਤਲਬ ਦਿਸ ਇਜ਼ ਨਾਟ ਅ ਵੇ ਟੂ ਰਨ ਦੀ ਇੰਡਸਟਰੀ। ਜਿਸ ਤਰ੍ਹਾਂ ਅੱਜ ਆਮ ਆਦਮੀ ਪਾਰਟੀ ਦੇ ਸੰਸਦ ਹੈਗੇ ਆ, ਰਾਜ ਸਭਾ ਸੰਸਦ ਹੈ ਸੰਜੇ ਸਿੰਘ ਨੇ ਕਿਹਾ ਕਿ ਮੈਂ ਤਾਂ ਪ੍ਰਧਾਨ ਮੰਤਰੀ ਨੂੰ ਲੈਟਰ ਲਿਖਿਆ ਕਿ ਅਡਾਨੀ ਦੇ ਜਿਹੜੇ ਪਾਸਪੋਰਟ ਹੈਗੇ ਆ ਉਹ ਜ਼ਬਤ ਕਰ ਲਏ ਜਾਣ, ਕਿਤੇ ਇਹ ਨਾ ਹੋਵੇ ਕਿ ਇਹ ਵੀ ਬਾਕੀ ਜਿਹੜੇ ਇੰਡਸਟਰੀਜ਼ ਭੱਜ ਗਏ ਆ ਪੈਸਾ ਲੈ ਕੇ ਹਿੰਦੁਸਤਾਨ ਦਾ, ਇਹ ਵੀ ਭੱਜ ਜਾਣ। ਨਹੀਂ, ਸੰਜੇ ਸਿੰਘ ਜੀ ਨੇ ਗੱਲ ਤਾਂ ਬਹੁਤ ਕਹਿਤੀ ਆ, ਕੀਤਾ ਜਾਵੇ ਭੱਜ ਗਏ, ਪਰ ਉਹਨਾਂ ਨੂੰ ਇਹ ਭੁੱਲ ਗਏ ਆ ਵੀ ਜਿਹੜੇ ਭੱਜੇ ਆ, ਜੇ ਮੇਹੁਲ ਚੌਕਸੀ ਗਿਆ ਜਾਂ ਨੀਰਵ ਮੋਦੀ ਗਿਆ, ਗਵਰਨਮੈਂਟ ਤਾਂ ਉਹਨਾਂ ਨੂੰ ਉਹਨਾਂ ਦੀ
ਵਾਪਸ ਉਹਨਾਂ ਮੁਲਕਾਂ ਦੇ ਮੰਗਵਾਉਣ ਵਾਸਤੇ ਹਿੰਦੁਸਤਾਨ ਟਰਾਈ ਬਹੁਤ ਕਰ ਰਹੀ ਆ, ਲੇਕਿਨ ਉਹਨਾਂ ਨੂੰ ਲੋਨ ਕਿਹੜੀਆਂ ਗਵਰਨਮੈਂਟਾਂ ਨੇ ਦਿੱਤੇ? ਉਸ ਵੇਲੇ ਤਾਂ ਯੂਪੀ ਦੀਆਂ ਗਵਰਨਮੈਂਟਾਂ ਸੀਗੀਆਂ ਨਾ। ਬਿਲਕੁਲ ਬਿਲਕੁਲ। ਹੁਣ ਅਡਾਨੀ ਜੇ ਇਦਾਂ ਭੱਜ ਜਾਊਗਾ ਤਾਂ ਅਡਾਨੀ ਦਾ ਵੀ ਉਹੀ ਹਸ਼ਰ ਹੋਊਗਾ। ਪਰ ਇਸ ਤਰ੍ਹਾਂ ਨਹੀਂ ਹੁੰਦਾ। ਜੇ ਇਦਾਂ ਦੀ ਗੱਲ ਹੁੰਦੀ, ਜਿੰਨਾ ਵੱਡਾ ਇੰਟਰਨੈਸ਼ਨਲ ਮਾਰਕੀਟ ਰੌਲਾ ਪਿਆ ਸੀਗਾ, ਜਿਸ ਢੰਗ ਨਾਲ ਅਡਾਨੀ ਨੇ ਫੇਸ ਕੀਤਾ, ਉਹਨਾਂ ਦੇ ਬੋਰਡ ਆਫ ਡਾਇਰੈਕਟਰਸ ਨੇ ਸਟੇਟਮੈਂਟ ਇਸ਼ੂ ਕੀਤੀ ਆ, ਮੇਰੇ ਰੁਪਈਆ ਵੀ ਵਾਪਸ ਰਿਟਰਨ ਬੈਕ, ਔਰ ਅਸੀਂ ਦੁਬਾਰਾ ਨਵੀਂ ਸਟ੍ਰੈਟਜੀ ਨਾਲ ਆਵਾਂਗੇ। ਅੱਜ ਮਾਰਕੀਟ ਦੇਖੋ, ਉਹਦੇ ਸ਼ੇਅਰਾਂ 'ਚ ਫਿਰ ਉਛਾਲ ਆ ਗਿਆ। ਵਾਕਈ ਉਹਨਾਂ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਿਸ 'ਚ ਸਪਸ਼ਟ ਲਿਖਿਆ ਹੋਇਆ ਸਭ ਕੁਝ ਕਿ ਮੇਰੇ ਜਿਹੜੇ ਫਾਈਨੈਂਸ਼ੀਅਲ ਮੈਨੇਜਰਸ ਹੈਗੇ ਆ, ਉਹ ਇਸ ਦਾ ਪੂਰਾ ਹਿਸਾਬ ਕਿਤਾਬ ਕਰ ਰਹੇ, ਔਰ ਕੱਲਾ ਪੈਸਾ ਜਿਹੜੇ ਲੋਕਾਂ ਦਾ ਜਿਹਨੇ ਲਾਇਆ ਹੈ ਉਹਨਾਂ ਨੂੰ ਮੋੜਿਆ ਜਾਏਗਾ। ਨਹੀਂ, ਉਹਨਾਂ ਨੇ ਤਾਂ ਇਹ ਵੀ ਗੱਲ ਕਹਿ ਦਿੱਤੀ ਹੈ ਵੀ ਦੇਖੋ, ਉਹ ਕਹਿੰਦੇ ਜੀ ਸਾਡੀ ਬੈਲੈਂਸ ਸ਼ੀਟ ਬਹੁਤ ਜਿਹੜੀ ਹੈਗੀ ਆ ਹੈਲਦੀ ਆ, ਸਟਰੋਂਗ ਸਾਡਾ ਕੈਸ਼ ਫਲੋ, ਜੀ ਹਾਂ, ਸਾਡੇ ਐਸੈਟ ਸਾਰੇ ਸਿਕਿਉਰ ਆ, ਐਸੈਟ ਸਿਕਿਉਰ ਨੇ ਸਾਰੇ। ਹਾਂ, ਉਹਨਾਂ ਨੇ ਇਹ ਤਿੰਨ ਹੀ ਤਾਂ ਪੈਰਾਮੀਟਰ ਹੈਗੇ ਕਿਸੇ ਵੀ ਗਰੁੱਪ ਨੂੰ ਦੇਖਣ ਲਈ। ਵੀ ਆਰ ਨਾਟ ਕੰਸਰਨਡ ਵਿਦ ਮਿਸਟਰ ਅਡਾਨੀ ਪਰਸਨਲੀ ਅਡਾਨੀ ਇਜ਼ ਨਥਿੰਗ। ਉਹ ਹਰ ਕੰਪਨੀ ਹੈ ਨਾ ਜਿਹੜੀ, ਉਹ ਗਰੁੱਪ ਨੂੰ ਦਿਆ ਜਾਂਦਾ। ਅੱਜ ਟਾਟਾ ਸਾਹਿਬ ਇੰਨੀ ਏਜ ਹੋਣ ਤੋਂ ਬਾਅਦ ਵੀ ਉਹਨਾਂ ਨੇ ਦੇਖੋ ਆਪਣੇ ਗਰੁੱਪਾਂ ਨੂੰ ਕੰਟਰੋਲ ਨਹੀਂ ਕੀਤਾ। ਅੱਜ ਅੰਬਾਨੀ, ਮੁਕੇਸ਼ ਅੰਬਾਨੀ, ਉਹਨਾਂ ਨੇ ਕੰਟਰੋਲ ਨਹੀਂ ਕੀਤਾ। ਲੇਕਿਨ ਸਿਰਫ ਅੰਬਾਨੀ ਲਿਖਣਾ ਤਾਂ ਨਹੀਂ ਕੰਟਰੋਲ ਹੈ। ਅਨਿਲ ਅੰਬਾਨੀ ਡਾਊਨ ਜਾ ਰਿਹਾ ਹੈਗਾ, ਅੰਬਾਨੀ ਲਿਖਣਾ ਤਾਂ ਨਹੀਂ ਕੁਛ ਹੋ ਜਾਂਦਾ ਹੈ। ਮੇਰਾ ਬਿਲਕੁਲ ਆਪਾਂ ਨੂੰ ਬਿਲਕੁਲ ਫੇਅਰ ਮੈਨਰ ਦੇ ਵਿੱਚ ਇੰਡਸਟਰੀਅਲਿਸਟ ਨੂੰ ਐਜ਼ ਏ ਇੰਡਸਟਰੀਅਲਿਸਟ ਸਪੋਰਟ ਕਰਨਾ ਚਾਹੀਦਾ, ਨਾਟ ਐਜ਼ ਏ ਪੋਲੀਟੀਕਲ ਟੂਲ। ਅਲਟੀਮੇਟਲੀ ਇਹਦਾ ਹੋਏਗਾ ਕੀ? ਕਿਉਂਕਿ ਅੱਜ ਜਦੋਂ ਸੈਸ਼ਨ ਸ਼ੁਰੂ ਹੋਇਆ ਤੇ ਪਹਿਲਾਂ ਇੱਕ ਵਾਰੀ ਉਹਨੂੰ ਸਥਗਿਤ ਕੀਤਾ ਗਿਆ, ਉਸ ਤੋਂ ਬਾਅਦ 2 ਵਜੇ ਉਹਨੂੰ ਅਗਲੇ ਦਿਨ ਤੱਕ ਲਈ ਸਥਗਿਤ ਕਰਤਾ ਗਿਆ। ਤੇ ਕੱਲ ਜਦੋਂ ਸ਼ੁਰੂ ਹੋਏਗਾ ਇਹ ਸੈਸ਼ਨ ਜਿਹੜਾ ਹੈ, ਕਿਉਂਕਿ ਜਿਹੜੀ 13 ਵਿਪਕਸ਼ੀ ਪਾਰਟੀਆਂ ਹੈਗੀਆਂ ਨਾ, ਉਹ ਤਕਰੀਬਨ ਜਿਹੜੀ ਹੈਗੀਆਂ ਇਹਦੀ ਖਿਲਾਫਤ ਕਰ ਰਹੀਆਂ, ਔਰ ਉਹਨੂੰ ਮੌਜੂਦਾ ਸਰਕਾਰ ਨਾਲ ਹੀ ਜੋੜ ਰਹੀਆਂ ਕਿ ਮੌਜੂਦਾ ਸਰਕਾਰ ਦੀ ਜਿਹੜੀਆਂ ਢਿੱਲੀ ਨੀਤੀਆਂ ਨੇ ਜਾਂ ਜਿਹੜੀ ਥਾਪੀ ਹੈਗੀ ਹੈ ਅਡਾਨੀ ਨੂੰ, ਉਹਦੇ ਕਰਕੇ ਹੀ ਇਹ ਸਭ ਕੁਝ ਹੋਇਆ। ਜਦਕਿ ਉਹਨਾਂ ਨੇ ਇੱਕ ਤਾਂ ਮਾਰਕੀਟ 'ਚ ਬਕਾਇਦਾ ਫੇਅਰ ਮਾਰਕੀਟ ਦੇ ਵਿੱਚ ਆਪਣਾ ਪ੍ਰੋਡਕਟ ਉਤਾਰਿਆ, ਆਪਣਾ FPO ਉਤਾਰਿਆ, ਲੋਕਾਂ ਨੂੰ ਠੀਕ ਲੱਗਾ ਤਾਂ ਉਹਨਾਂ ਨੇ ਖਰੀਦਿਆ। LIC ਨੇ ਜਿਨ੍ਹਾਂ ਨੂੰ ਠੀਕ ਲੱਗਿਆ, LIC ਨੇ ਇਨਵੈਸਟ ਕੀਤਾ। ਤੇ ਉਸ ਦੇ ਬਾਵਜੂਦ ਇਹ ਸਭ ਕੁਝ ਜਿਹੜਾ ਹੈਗਾ ਉਹ ਕਿਉਂ ਨਹੀਂ ਇੱਕ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਫੇਅਰ ਤਰੀਕੇ ਨਾਲ ਚੱਲਣ ਦਿੱਤਾ ਜਾ ਰਿਹਾ? ਨਹੀਂ, ਉਹਦਾ ਕਾਰਨ ਆ, ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਹ ਕਰਨਾ ਚਾਹੀਦਾ ਸੀਗਾ, ਜਿਸ ਵੀ ਸਟਾਕ ਐਕਸਚੇਂਜ ਦੇ ਵਿੱਚ FPO ਮਤਲਬ ਰਜਿਸਟਰਡ ਹੋਇਆ, ਉਹ ਜਿਹੜਾ ਸਟਾਕ ਐਕਸਚੇਂਜ ਦੇ ਕੰਟਰੋਲਿੰਗ ਅਥਾਰਟੀਜ਼ ਹੈਗੀਆਂ, ਉਹਨਾਂ ਦੇ ਕੋਲੋਂ ਰਿਪੋਰਟ ਮੰਗ ਲੈਣ। ਉਹ ਰਿਪੋਰਟ ਮੰਗ ਕੇ ਉਹਨੂੰ ਡਿਸਕਸ ਕਰਨ ਪਾਰਲੀਮੈਂਟ 'ਚ, ਉਹ ਗੱਲ ਸਮਝ ਆਉਂਦੀ ਹੈ। ਲੇਕਿਨ ਸਿਰਫ ਮਤਲਬ ਫॉर द ਪਰਪਸ ਆਫ ਮਤਲਬ ਟੂ ਇੰਪੋਜ਼ ਐਲੀਗੇਸ਼ਨਸ ਜਾਂ ਫॉर ਪੋਲੀਟੀਕਲ ਮਾਈਲੇਜ, ਇਹ ਮੈਂ ਸਮਝਦਾ ਹਾਂ ਵੀ ਇੱਕ ਹੈਲਦੀ ਡੈਮੋਕ੍ਰੇਸੀ ਦੇ ਵਿੱਚ ਨਹੀਂ ਵਧੀਆ ਹੁੰਦਾ। ਤੁਸੀਂ ਕਿਉਂਕਿ ਆਪੋਜੀਸ਼ਨ ਦੇ ਵਿੱਚ ਵੀ ਬੜੇ ਲਰਨਡ ਲੋਕ ਹੈਗੇ, ਐਸਾ ਨਹੀਂ ਹੈ। ਇਹ ਉਹੀ ਆਪੋਜੀਸ਼ਨ ਹੈ ਜਿਨ੍ਹਾਂ ਨੇ ਬੜੇ ਸਾਲ ਇਸ ਦੇਸ਼ 'ਤੇ ਰਾਜ ਕੀਤਾ ਹੈ। ਅੱਜ ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ, ਲੋਕਾਂ ਨੇ ਰਿਜੈਕਟ ਕਿਉਂ ਕਰਤਾ? ਜਿਸ ਪਾਰਟੀ ਨੂੰ 400+ ਸੀਟਾਂ ਵੀ ਮਿਲ ਗਈਆਂ ਬਿਲਕੁਲ, ਅੱਜ ਕਿਉਂ ਹੈ ਕਿ ਉਹ 2 ਡਿਜਿਟ ਦੇ ਵਿੱਚ ਪਹੁੰਚ ਗਏ ਆ? ਲੋਕ ਮਤਲਬ ਕੰਟਰੀ ਦਾ ਭਲਾ ਚਾਹੁੰਦੇ, ਕੰਟਰੀ ਡਿਵੈਲਪਮੈਂਟ ਚਾਹੁੰਦੇ ਆ, ਔਰ ਜਨਰਲ ਪਬਲਿਕ ਦੀ ਬਾਰੇ ਵੈਲਫੇਅਰ ਵਾਸਤੇ ਗਵਰਨਮੈਂਟਾਂ ਕੰਮ ਕਰਨ। ਲੋਕ ਇਹਦੇ ਨਾਲ ਹੀ ਕੰਸਰਨ ਆ। ਸੋ ਆਪੋਜੀਸ਼ਨ ਪਾਰਟੀਜ਼ ਨੂੰ ਡਿਸਕਸ਼ਨ ਇਜ਼ ਆਲਵੇਜ਼ ਗੁੱਡ, ਪਰ ਉਹ ਹੈਲਦੀ ਡਿਸਕਸ਼ਨ ਕਰਨੀ ਚਾਹੀਦੀ ਹੈਗੀ ਹੈ, ਸ਼ੋਰਗੁਲ ਨਹੀਂ, ਬਾਈਕਾਟ ਨਹੀਂ। ਤੁਸੀਂ ਸਪੀਕਰ ਸਾਹਿਬ ਨੂੰ ਇਹ ਕਹਿ ਕੇ ਟਾਈਮ ਲੈਣ, ਉੱਤੇ ਏਜੰਡਾ ਦੇਣ, ਡਿਸਕਸ਼ਨ ਕਰ, ਲੈਟ ਦਾ ਗਵਰਨਮੈਂਟ ਰਿਪਲਾਈ। ਅਗਰ ਗਵਰਨਮੈਂਟ ਵਾਸਤੇ ਜ਼ਰੂਰੀ ਹੋਏਗਾ, ਨਹੀਂ ਹੋਏਗਾ ਤਾਂ ਪਾਰਲੀਮੈਂਟ ਕੋਲ ਤਾਂ ਇੰਨੀ ਪਾਵਰ ਹੈਗੀ ਆ, ਦੇ ਕੈਨ ਕਾਲ ਦਾ ਕੰਟਰੋਲਿੰਗ ਅਥਾਰਟੀ ਇਨ ਦਾ ਪਾਰਲੀਮੈਂਟ ਟੂ ਕਮ ਵਿਦ ਰਿਪੋਰਟ। ਆਪਣਾ ਉਹ ਬਲੂ ਪ੍ਰਿੰਟ ਬਣਾ ਕੇ ਲਿਆਉਣ ਕੀ ਹੈਗਾ, ਜਾਂ ਕੋਈ ਜਿਹੜੇ ਪ੍ਰੋਫੈਸ਼ਨਲਸ ਹੈਗੇ ਆ, ਕੋਈ ਮਤਲਬ ਇਸ ਢੰਗ ਦੀ ਕੋਈ ਟੀਮ ਬਣਾ ਦੇਣ, ਕੋਈ ਕਮੇਟੀ ਬਣਾ ਦੇਣ। ਨਹੀਂ, ਉਹਨਾਂ ਨੇ ਮੰਗ ਕੀਤੀ ਹੈ, ਆਪੋਜੀਸ਼ਨ ਨੇ ਮੰਗ ਕੀਤੀ ਹੈ ਕਿ ਜੁਆਇੰਟ ਪਾਰਲੀਮੈਂਟ ਦੀ ਕਮੇਟੀ ਕੋਈ ਹੋਵੇ ਐਸੀ ਜਿਹੜੀ ਜਾਂਚ ਕਰੇ, ਜਾਂ ਫਿਰ ਸੁਪਰੀਮ ਕੋਰਟ ਦੀ ਕੋਈ। ਪਰ ਸਰ JPC ਦਾ ਕੋਈ ਮਤਲਬ ਨਹੀਂ, ਸੁਪਰੀਮ ਕੋਰਟ ਦਾ ਵੀ ਇਹਦੇ ਵਿੱਚ ਕੋਈ ਮਤਲਬ ਨਹੀਂ ਹੈ ਇਸ ਵੇਲੇ ਤਾਂ।
ਕਾਰਨ ਕੀ ਹੈ ਨਾ, ਇੱਕ ਬੰਦੇ ਨੇ ਆਪਣਾ ਐਫਪੀਓ ਲਿਆਂਦਾ, ਐਫਪੀਓ ਨੇ ਰੋਲ ਬੈਕ ਕਰ ਲਿਆ, ਪੈਸੇ ਵਾਪਸ ਕਰ ਰਿਹਾ, ਇਸ਼ੂ ਖਤਮ ਹੋ ਗਿਆ ਸਰ। ਹਾਂ, ਜੇ ਪੈਸਾ ਨਾ ਵਾਪਸ ਹੁੰਦਾ ਫਿਰ ਫਰਾਡ ਹੈ, ਦੈਨ ਯੂ ਕੈਨ ਸੇ, ਦੈਨ ਯੂ ਕੈਨ ਸੇ ਕਿ ਉਹਨਾਂ ਨੇ ਬਕਾਇਦਾ ਪ੍ਰੈਸ ਨੋਟ ਜਾਰੀ ਕਰਕੇ ਨਾ, ਇੱਕ ਪ੍ਰੈਸ ਨੋਟ ਜਾਰੀ ਕਰਕੇ ਉਹ ਚ ਕੱਲੀ ਚੀਜ਼ ਕਲੀਅਰ ਚਲੋ ਜੇ ਉਹਨਾਂ ਨੇ, ਮੈਂ ਵੀ ਅੱਜ ਪੜ੍ਹਿਆ ਉਹਨਾਂ ਦਾ ਜੋ ਆਇਆ ਪਬਲਿਕ ਡੋਮੇਨ ਦੇ ਵਿੱਚ, ਜਿਹੜਾ ਬੋਰਡ ਆਫ ਡਾਇਰੈਕਟਰ ਦਾ ਹੈਗਾ ਆ ਜੀ, ਉਹਦੇ ਚ ਕਮ ਸੇ ਕਮ ਉਹਨਾਂ ਨੂੰ ਟਾਈਮ ਤਾਂ ਦਿਓ। ਦੇਖੋ ਨਾ, 15 ਮਿੰਟ 15 ਦਿਨ 20 ਦਿਨ 1 ਮਹੀਨਾ ਜਿੰਨਾ ਵੀ ਟਾਈਮ ਹੈ, ਦੇਖੋ ਨਾ ਵੀ ਰਿਟਰਨਿੰਗ ਪ੍ਰੋਸੈਸ ਨੂੰ ਕਿੰਨਾ ਕੁ ਟਾਈਮ ਲੱਗ ਰਿਹਾ ਹੈ। ਅਗਰ ਇਹ ਹੋ ਜਾਂਦਾ ਹੈ ਵਿਦਿਨ ਮੰਥ ਔਰ ਸੋ ਤਾਂ ਦੈਨ ਓਕੇ, ਜੇ ਨਹੀਂ ਹੁੰਦਾ ਦੈਨ ਆਪੋਜੀਸ਼ਨ ਇੱਥੇ ਕੁਐਸਚਨ ਕਰ ਸਕਦੀ। ਇਹਦੇ 'ਚ ਜਿਹੜਾ ਪਬਲਿਕ ਡੋਮੇਨ 'ਚ ਚੀਜ਼ਾਂ ਆਈਆਂ, ਉਹਦੇ 'ਚ ਕਿਹਾ ਗਿਆ ਕਿ ਅਡਾਨੀ ਟੋਟਲ ਗੈਸ ਨੂੰ 6237 ਕਰੋੜ, ਅਡਾਨੀ ਐਂਟਰਪ੍ਰਾਈਜ਼ ਨੂੰ 3279 ਕਰੋੜ, ਅਡਾਨੀ ਪੋਰਟਸ ਨੂੰ 3205 ਕਰੋੜ, ਅਡਾਨੀ ਟਰਾਂਸਮਿਸ਼ਨ ਨੂੰ 3036 ਕਰੋੜ, ਅਡਾਨੀ ਗ੍ਰੀਨ ਐਨਰਜੀ ਨੂੰ 871 ਕਰੋੜ ਤੇ ਅੰਬੂਜਾ ਸੀਮੈਂਟ ਨੂੰ 1474 ਕਰੋੜ ਔਰ ACC ਨੂੰ 544 ਕਰੋੜ ਦਾ ਜਿਹੜਾ ਹੈ ਉਹ ਨੁਕਸਾਨ ਜਿਹੜਾ ਦੱਸਿਆ ਗਿਆ। ਯਾਨੀ ਕੁੱਲ ਮਿਲਾ ਕੇ ਇਹਨਾਂ ਨੇ ਕਿਹਾ ਕਿ LIC ਨੂੰ 2 ਦਿਨ ਦੇ ਗਰੁੱਪ ਸ਼ੇਅਰਾਂ ਦੇ ਵਿੱਚ ਜਿਹੜਾ ਹੈਗਾ 18646 ਕਰੋੜ ਦਾ ਨੁਕਸਾਨ ਹੋਇਆ ਤੇ ਅਡਾਨੀ ਨੂੰ ਜਿਹੜਾ, ਮੈਂ ਤੁਹਾਡਾ ਪੁਆਇੰਟ ਫੋਲੋ ਕਰ ਗਿਆ ਜੀ ਵੀਰੇ ਜੀ। ਦੇਖੋ, ਮੈਂ ਪਹਿਲੇ ਸਟਾਰਟਿੰਗ ਤੇ ਇਹ ਗੱਲ ਕਹੀ ਸੀਗੀ ਕਿ ਇਹ ਜਿਹੜਾ ਸਬਜੈਕਟ ਹੈ, ਜਿਹਨੂੰ ਸਟਾਕ ਮਾਰਕੀਟ ਦੀ ਸਮਝ ਆ, ਹਰ ਬੰਦੇ ਨੂੰ ਨਹੀਂ ਪਤਾ ਇਸ ਚੀਜ਼ ਦਾ। ਇਹ ਉਹਨਾਂ ਰਿਲੇਟਡ ਤੁਹਾਡਾ ਸਵਾਲ ਹੈ ਕਿ ਕੋਈ ਐਸਾ ਰੂਲ ਹੈ ਸਟਾਕ ਐਕਸਚੇਂਜ ਦੇ ਵਿੱਚ ਕਿ ਜਿਹੜਾ ਸ਼ੇਅਰ ਇੱਕ ਵਾਰੀ ਅੱਜ ਡਿੱਗ ਪਿਆ, ਪਹਿਲਾ ਸ਼ੇਅਰ ਕਿੰਨਾ ਬੋਲਿਆ ਤੁਸੀਂ ਉਹਨਾਂ ਦਾ, ਕਿਹੜੀ ਕੰਪਨੀ ਦਾ, 18000 ਕਿੰਨਾ ਡਾਊਨ ਗਿਆ? ਇਹ ਤਾਂ ਟੋਟਲ ਉਹਨਾਂ ਨੇ ਕਿਹਾ ਕਿ LIC ਦਾ ਜਿਹੜਾ ਹੈਗਾ 18646 ਕਰੋੜ। ਹਾਂਜੀ, ਜੋ ਜਿਹੜੇ ਵੀ ਉਹਨਾਂ ਦੇ ਗਰੁੱਪ ਹੈਗੇ ਆ, ਜਿੰਨੇ ਦਾ ਉਹਨਾਂ ਦਾ ਪ੍ਰੈਜ਼ੈਂਟ ਮਾਰਕੀਟ ਸ਼ੇਅਰ ਦੀ ਵੈਲਿਊ ਸੀ, ਜਿੰਨਾ ਉਹਨਾਂ ਦਾ ਸ਼ੇਅਰ ਆਲਰੇਡੀ ਮਤਲਬ ਇਸ਼ੂਡ ਸੀਗਾ, ਉਹਨੂੰ ਇਹਨਾਂ ਨੇ ਕੈਲਕੂਲੇਟ ਕੀਤਾ ਹੈ ਵੀ ਇੰਨਾ ਹੋਇਆ। ਉਹ ਸ਼ੇਅਰ ਨੈਚੁਰਲੀ ਹੈ, ਜਦੋਂ ਕਿਸੇ ਵੀ ਗਰੁੱਪ ਦੇ ਉੱਪਰ ਕੋਈ ਐਲੀਗੇਸ਼ਨ ਲੱਗਦਾ, ਐਲੀਗੇਸ਼ਨ ਸੱਚਾ ਆ ਝੂਠਾ ਬਾਅਦ ਚ ਪਤਾ ਲੱਗਦਾ। ਇੱਕ ਵਾਰੀ ਇੰਸਟੈਂਟਲੀ ਐਲੀਗੇਸ਼ਨ ਲੱਗਾ, ਉਹ ਸ਼ੇਅਰ ਮਾਰਕੀਟ ਤਾਂ ਕੀ ਹੈ ਨਾ, ਬੁੱਲ ਐਂਡ ਬੀਅਰ ਦੀ ਮਾਰਕੀਟ ਅਸੀਂ ਇਹਨੂੰ ਇਸੇ ਕਰਕੇ ਕਹਿੰਦੇ ਹਾਂ ਨਾ, ਉਹ ਮਤਲਬ ਇੱਕਦਮ ਸ਼ੇਅਰ ਡਾਊਨ ਹੋਏ, ਲੇਕਿਨ ਉਸ ਤੋਂ ਬਾਅਦ ਕੀ ਇਹ ਸ਼ੇਅਰ ਅਗਰ 2 ਦਿਨ 4 ਦਿਨ ਬਾਅਦ 10 ਦਿਨ ਬਾਅਦ ਜਾਂ ਮਹੀਨੇ ਬਾਅਦ ਅਗਰ ਇਹ ਦੁਬਾਰਾ ਅਪ ਹੋ ਗਏ, ਦੁਬਾਰਾ ਚੜ ਗਏ, ਹਾਂਜੀ, ਕੀ ਉਹ ਲਾਸਿਸ ਰਿਕਵਰ ਨਹੀਂ ਹੋ ਜਾਣੇ? ਸੋ ਇਹ ਸਪੈਕੂਲੇਸ਼ਨ ਹੈਗੀ ਸਾਰੀ, ਦਿਸ ਇਜ਼ ਨਾਟ ਅ ਲਾਸ। ਇਹ ਸਪੈਕੂਲੇਸ਼ਨ ਹੁੰਦੀ ਸ਼ੇਅਰ ਮਾਰਕੀਟ ਦੇ ਵਿੱਚ। ਅੱਜ ਜਦੋਂ ਅਸੀਂ ਕਹਿੰਦੇ ਆ ਵੀ ਸ਼ੇਅਰ ਮਾਰਕੀਟ ਲਹੂ ਲੁਹਾਨ ਹੋ ਗਈ, ਲਹੂ ਲੁਹਾਨ ਦਾ ਮਤਲਬ ਜਦੋਂ ਸ਼ੇਅਰ ਡਿੱਗਦੇ ਆ, ਕੋਈ ਇਹ ਥੋੜੀ ਅਡਾਨੀ ਦੇ ਗਿਰੇ ਆ, ਪਤਾ ਨਹੀਂ ਕਿੰਨੀਆਂ ਕੰਪਨੀਆਂ ਦੇ ਗਿਰਦੇ ਆ, ਕਿੰਨੀਆਂ ਕੰਪਨੀਆਂ ਦੇ ਅਸੀਂ ਰੋਜ਼ ਦੇਖਦੇ ਹਾਂ। ਜਦੋਂ ਕਹਿੰਦੇ ਆ ਵੀ ਅੱਜ ਮਤਲਬ ਸ਼ੇਅਰ ਮਾਰਕੀਟ ਦੇ ਵਿੱਚ ਚੜਾਅ ਹੋ ਗਿਆ ਪੂਰਾ, ਉਦੋਂ ਪਤਾ ਨਹੀਂ ਕਿੰਨੇ ਲੋਕ ਮਤਲਬ ਸ਼ੇਅਰ ਅਪ ਜਾਂਦੇ ਆ। ਸੋ ਸ਼ੇਅਰ ਮਾਰਕੀਟ ਅਪ ਐਂਡ ਡਾਊਨ ਹੋਣਾ ਇਹ ਪਰਮਾਨੈਂਟ ਫੀਚਰ ਨਹੀਂ ਹੁੰਦਾ, ਇਹ ਡੇ ਟੂ ਡੇ ਬੇਸਿਸ ਤੇ ਹੈ। ਫਿਰ ਇਹ ਜਿਹੜਾ ਇਸ ਮੁੱਦੇ ਨੂੰ ਸਿਰਫ ਅਡਾਨੀ ਦੇ ਸ਼ੇਅਰਸ ਨੂੰ ਲੈ ਕੇ ਹੀ ਹਿੰਡਨਬਰਗ ਨੇ ਇੱਕ ਰਿਪੋਰਟ ਕਿਉਂ, ਮਤਲਬ ਲੋਕ ਸਭਾ ਦੇ ਦੌਰਾਨ, ਜਦੋਂ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਵਾ, ਸੈਸ਼ਨ ਚੱਲ ਰਿਹਾ, ਉਸ ਦੌਰਾਨ ਹੀ ਕਿਉਂ ਇਹ ਰਿਪੋਰਟ ਜਿਹੜੀ ਹੈ ਸਾਹਮਣੇ ਆਈ ਹੈ? ਰਿਪੋਰਟ ਕੀ ਹੈ ਨਾ, ਮੈਂ ਤੁਹਾਨੂੰ ਦੱਸਿਆ ਸ਼ੁਰੂ ਦੇ ਵਿੱਚ, ਜੈਸੇ ਇੰਡੀਆ ਦੇ ਐਂਟੀ ਇੰਡੀਆ ਜਿਹੜੀਆਂ ਕੰਟਰੀਜ਼ ਹੈਗੀਆਂ, ਜਿਵੇਂ ਚਾਈਨਾ ਹੈ, ਹਾਂਜੀ, ਕਿਉਂਕਿ ਚਾਈਨਾ ਨੂੰ ਮੇਜਰ ਇਫੈਕਟ ਇਸ ਲਈ ਆ ਰਿਹਾ, ਇੰਡੀਆ ਜਿਸ ਢੰਗ ਨਾਲ ਤਰੱਕੀ ਕਰ ਰਿਹਾ ਜੀ। ਪਾਕਿਸਤਾਨ ਦੀ ਇੰਨੀ ਹੈਸੀਅਤ ਨਹੀਂ ਹੈ ਕਿ ਉਹ ਸਾਡੀ ਸ਼ੇਅਰ ਮਾਰਕੀਟ ਦੇ ਵਿੱਚ ਦਖਲ ਕਰ ਸਕੇ। ਹਾਂਜੀ, ਠੀਕ ਹੈ, ਉਹਦੀ ਔਕਾਤ ਹੀ ਨਹੀਂ ਇੰਨੀ ਹੈਗੀ, ਠੀਕ ਹੈ। ਔਰ ਹੋਰ ਜਿਹੜੀਆਂ ਜਿਸ ਤਰ੍ਹਾਂ ਅਮਰੀਕਾ ਦੀਆਂ ਕੰਪਨੀਆਂ ਆ, ਉਹ ਓਪਨਲੀ ਨਹੀਂ ਕਰਦੀਆਂ, ਇਨਡਾਇਰੈਕਟਲੀ ਛੇੜਖਾਨੀ ਕਰਦੀਆਂ। ਓਕੇ, ਇਹ ਕਰਦੀਆਂ ਕੀ ਹੈ ਵਿਦ ਅਲਟੀਰੀਅਰ ਮੋਟਿਵ। ਇਹਨਾਂ ਦਾ ਮੋਟਿਵ ਜਿਹੜਾ ਹੁੰਦਾ ਆ, ਬਾਹਰੋਂ ਕੁਝ ਦਿਖਾਉਂਦੇ ਆ, ਬਾਹਰੋਂ ਇਹ ਕਹਿਣਗੇ ਅਸੀਂ ਇਹ ਰਿਪੋਰਟ ਦਿੱਤੀ ਅਡਾਨੀ ਗਰੁੱਪ ਦੇ, ਲੇਕਿਨ ਇਹਨਾਂ ਦਾ ਅਲਟੀਰੀਅਰ ਮੋਟਿਵ ਇਹ ਹੁੰਦਾ ਹੈਗਾ ਆ ਟੂ ਡੀਫੇਮ ਇੰਡੀਆ, to defame Indian industrialists, to defame Indian groups, and to defame India government. Basically ਮੁੱਦਾ ਇਹ ਹੁੰਦਾ। ਹੁਣ ਇਹ ਸਾਡੀ ਆਪੋਜੀਸ਼ਨ ਨੂੰ ਇੰਨੀ ਮੇਰਾ ਖਿਆਲ ਆ ਸਮਝਣਾ ਚਾਹੀਦਾ ਇਸ ਚੀਜ਼ ਨੂੰ ਕਿ ਉਹ ਦੇਸ਼ ਹਿੱਤ ਦੇ ਵਿੱਚ ਇਸ ਤਰ੍ਹਾਂ ਦੇ
ਜਿਹੜੇ ਰਿਪੋਰਟਸ ਆਉਂਦੀਆਂ ਜਿਸ ਤਰ੍ਹਾਂ ਦੇ ਮਤਲਬ ਕੰਮ ਕੀਤੇ ਜਾਂਦੇ ਉਹਨਾਂ ਦੇ ਟਰੈਪ ਦੇ ਵਿੱਚ ਨਾ ਆਉਣ, ਟਰੈਪ ਦੇ ਵਿੱਚ ਨਾ ਆਉਣ। ਰਾਦਰ ਜਿਹੜੇ ਇੰਡੀਆ ਦੇ ਵਿੱਚ ਪ੍ਰੋਫੈਸ਼ਨਲਸ ਹੈਗੇ ਆ ਬੈਠੇ, ਅਗਰ ਕੋਈ ਗੱਲ ਕਹਿਣੀ ਉਹਨਾਂ ਦੇ ਨਾਲ ਡਿਸਕਸ ਕਰਕੇ ਉਹਨਾਂ ਦੇ ਕੋਲੋਂ ਉਸ ਰਿਪੋਰਟ ਦਾ ਪ੍ਰੋਪਰ ਐਨਾਲਿਸਿਸ ਕਰਕੇ ਇੱਕ ਸੋਲਿਡ ਪੁਆਇੰਟ ਦੇ ਉੱਪਰ ਗਵਰਨਮੈਂਟ ਨੂੰ ਘੇਰਨ, ਤਾਂ ਮਤਲਬ ਉਹ ਸਹੀ ਆਪੋਜੀਸ਼ਨ ਜਿਹੜੀ ਕੰਸਟਰਕਟਿਵ ਆਪੋਜੀਸ਼ਨ ਹੁੰਦੀ ਹੈ ਨਾ ਉਹਦਾ ਰੋਲ ਪਲੇ ਕਰਨ, ਤਾਂ ਫਿਰ ਜਾ ਕੇ ਲੋਕਾਂ ਦਾ ਫੇਥ ਇਸ ਆਪੋਜੀਸ਼ਨ ਦੇ ਉੱਪਰ ਦੁਆਰਾ ਬਣ ਸਕਦਾ। ਜਿੰਨੀ ਕੁ ਤੁਸੀਂ ਹਜੇ ਤੱਕ ਮੈਨੂੰ ਇਹ ਗੱਲ ਦੱਸੀ ਹੈ ਜਾਂ ਮੇਰੇ ਦਰਸ਼ਕਾਂ ਨੂੰ ਜਿਹੜੀ ਗੱਲ ਦੱਸੀ ਹੈ ਉਹਨੂੰ ਦੇਖ ਕੇ ਤੇ ਇਹ ਲੱਗਦਾ ਕਿ ਜੇ ਫਾਈਨੈਂਸ਼ੀਅਲਸ ਜਿੰਨੇ ਵੀ ਐਕਸਪਰਟਸ ਹੈਗੇ ਉਹਨਾਂ ਨਾਲ ਗੱਲ ਕਰਕੇ ਜੇ ਆਪੋਜੀਸ਼ਨ ਕੁਝ ਸਰਕਾਰ ਦੇ ਖਿਲਾਫ ਕਹਿਣਾ ਚਾਹੁੰਦਾ ਫਿਰ ਤਾਂ ਕੁਝ ਕਹਿਣ ਨੂੰ ਬਚ ਨਹੀਂ ਰਿਹਾ ਇਸ ਹਿਸਾਬ ਨਾਲ। ਕਾਰਨ ਆ ਨਾ ਪ੍ਰੋਫੈਸ਼ਨਲ ਜਿਹੜਾ ਵੀ ਹੋਏਗਾ ਜੀ ਉਹ ਕਦੀ ਵੀ ਗਲਤ ਨਹੀਂ ਕਹੇਗਾ। ਜਿੱਦਾਂ ਇਹਦੇ ਵਿੱਚ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਉਹਨਾਂ ਨੇ ਲਿਖਿਆ ਹੀ ਹੈਗਾ ਆ ਕਿ ਬ੍ਰੇਜ਼ਨ ਸਟਾਕਸ ਮੈਨੀਪੂਲੇਸ਼ਨ ਐਂਡ ਅਕਾਊਂਟਿੰਗ ਫਰਾਡ, ਦੋ ਹੀ ਐਲੀਗੇਸ਼ਨ ਆਏ ਆ। ਹੁਣ ਬ੍ਰੇਜ਼ਨ ਸਟਾਕ ਮੈਨੀਪੂਲੇਸ਼ਨ ਇਹਨੂੰ ਕੌਣ ਵਧੀਆ ਢੰਗ ਨਾਲ ਦੱਸ ਸਕਦਾ? ਜਿਹੜੇ ਸਟਾਕ ਐਕਸਚੇਂਜ ਸ਼ੇਅਰ ਮਾਰਕੀਟਸ ਦੇ ਪ੍ਰੋਫੈਸ਼ਨਲੀ ਐਕਸਪਰਟ ਲੋਕ, ਉਹ ਵਰਬਲੀ ਨਹੀਂ ਦੱਸਣਗੇ, ਉਹ ਅਡਾਨੀ ਗਰੁੱਪ ਦਾ ਡਾਟਾ ਚੱਕਣਗੇ ਸਾਰਾ, ਉੱਥੋਂ ਸਾਰੀ ਚੀਜ਼ ਨੂੰ ਐਨਾਲਿਸਿਸ ਕਰਨਗੇ ਕਿ is there brazen stock manipulation or not? ਸੈਕੰਡ ਆ ਅਕਾਊਂਟਿੰਗ ਫਰਾਡ। ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, we can't doubt chartered accountants of our country. Our chartered accountants are very competent chartered accountants. ਸਾਨੂੰ ਸਗੋਂ ਪ੍ਰਾਊਡ ਕਰਨਾ ਚਾਹੀਦਾ ਆ। ਅੱਜ ਤਾਂ ਫੋਰਨ ਦੇ ਵਿੱਚ ਜਿਹੜੇ ਲੋਕ ਬੈਠੇ ਹੈਗੇ ਆ ਉਹ ਵੀ ਆਊਟਸੋਰਸਿੰਗ ਦੇ ਜ਼ਰੀਏ ਇੰਡੀਆ ਦੇ ਚਾਰਟਰਡ ਅਕਾਊਂਟੈਂਟਸ ਤੋਂ ਸਰਵਿਸਿਜ਼ ਲੈ ਰਹੇ ਆ। ਸੋ ਸਾਨੂੰ ਤਾਂ ਪ੍ਰਾਊਡ ਹੋਣਾ ਚਾਹੀਦਾ ਔਰ ਆਪੋਜੀਸ਼ਨ ਨੂੰ ਵੀ ਹੋਣਾ ਚਾਹੀਦਾ। ਆਪੋਜੀਸ਼ਨ ਦੇ ਕੋਲ ਵੀ ਪ੍ਰੋਫੈਸ਼ਨਲਸ ਹੈਗੇ ਆ, ਉਹਨਾਂ ਦੇ ਕੋਲ ਜਲਦਬਾਜ਼ੀ ਦੇ ਵਿੱਚ ਕੋਈ ਵੀ ਚੀਜ਼ ਨੂੰ ਅਟੈਕ ਨਾ ਕਰੋ। ਅਗਰ ਵਾਕਿਆ ਹੀ ਕਿਤੇ ਰੋਂਗ ਫੁਟਿੰਗ ਤੇ ਹੈ ਗਵਰਨਮੈਂਟ ਜਾਂ ਕੋਈ ਹੋਰ ਲੋਕ, ਤਾਂ ਬਿਲਕੁਲ ਉਹਨਾਂ ਨੂੰ ਮਤਲਬ ਇਹਨਾਂ ਨੂੰ ਮਤਲਬ ਪੁਆਇੰਟ ਆਊਟ ਕਰਕੇ ਇਹਨਾਂ ਨੂੰ ਕਟਘਰੇ 'ਚ ਖੜਾ ਕਰਨਾ ਚਾਹੀਦਾ। ਪ੍ਰੋਪਰ ਸੱਚਾਈ ਸਾਹਮਣੇ ਆਉਣ ਨੂੰ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਟਾਈਮ ਲੱਗ ਜਾਏਗਾ? ਜਿਹੜੀ ਕਿਉਂਕਿ ਹਜੇ ਤਾਂ ਜਿਹੜੇ ਜੋ ਚੀਜ਼ਾਂ ਗੱਲਾਂ ਬੋਲੀਆਂ ਜਾ ਰਹੀਆਂ ਨੇ, ਜਿਹੜੀਆਂ ਚੀਜ਼ਾਂ ਬੋਲੀਆਂ ਜਾ ਰਹੀਆਂ ਨੇ, ਜ਼ਾਹਿਰ ਹੈ ਕਿ ਜਿਹੜਾ ਆਮ ਲੇਮੈਨ ਹੈ ਜਿਹੜਾ ਉਹ ਆਪੋਜੀਸ਼ਨ ਦੀ ਗੱਲਾਂ 'ਤੇ ਵੀ ਯਕੀਨ ਕਰੇਗਾ, ਕਿਉਂਕਿ ਜਦੋਂ ਕਿਸੇ ਤੇ ਐਲੀਗੇਸ਼ਨ ਲੱਗਦਾ ਤੇ ਐਲੀਗੇਸ਼ਨ ਜਿੱਤੇ ਲੱਗਦਾ ਉਹਦੀ ਗੱਲ ਸੁਣੀ ਨਹੀਂ ਜਾਂਦੀ। ਸਰ ਦੇਖੋ ਮੈਂ ਦੱਸਦਾ, ਬੇਸਿਕਲੀ ਤਾਂ ਮੁੱਦਾ ਜਿਹੜਾ ਐਫਪੀਓ ਦਾ ਹੀ ਹੈ। ਐਫਪੀਓ 1.12 ਟਾਈਮਸ ਸਬਸਕ੍ਰਾਈਬ ਹੋਇਆ। ਇਹਦਾ ਮਤਲਬ 1.12 ਟਾਈਮ ਜਿੰਨਾ ਉਹਨਾਂ ਦੇ ਕੋਲ ਇਨਵੈਸਟਮੈਂਟ ਆਈ ਆ ਉਹੀ ਵਾਪਸ ਕਰਨੀ ਹੈ ਜੀ। ਔਰ ਉਹ ਇਨਵੈਸਟਮੈਂਟ ਕਿਤੇ ਯੂਜ਼ ਤਾਂ ਹੋ ਨਹੀਂ ਗਈ ਹਲੇ। ਔਰ ਅਗਰ ਅਡਾਨੀ ਗਰੁੱਪ ਐਜ਼ ਪਰ ਬੋਰਡ ਆਫ ਡਾਇਰੈਕਟਰਸ ਕਮਿਟਮੈਂਟ ਐਂਡ ਅਸ਼ੋਰੈਂਸ ਇਹਨੂੰ ਵਿਦਿਨ ਡਿਊ ਫਰੇਮਵਰਕ ਆਫ ਟਾਈਮ ਇਹ ਵਾਪਸ ਕਰ ਦਿੰਦਾ ਆ, ਤਾਂ ਫਿਰ ਤਾਂ ਅਡਾਨੀ ਗਰੁੱਪ ਦੀ ਕ੍ਰੈਡੀਬਿਲਿਟੀ ਹੋਰ ਵੱਧ ਜਾਏਗੀ। ਜਦੋਂ ਜੇ ਇਹ ਅਡਾਨੀ ਗਰੁੱਪ ਇਸ ਮਾਮਲੇ ਦੇ ਵਿੱਚ ਬਿਲਕੁਲ ਸਪਸ਼ਟ ਆਪਣਾ ਪੂਰਾ ਸਪਸ਼ਟੀਕਰਨ, ਜਿੱਦਾਂ ਹੁਣ ਉਹਨਾਂ ਦੇ ਜਿਹੜੇ ਫਾਈਨੈਂਸ਼ੀਅਲ ਮੈਨੇਜਰਸ ਹੈ, ਫਾਈਨੈਂਸ਼ੀਅਲ ਜਿਹੜੇ ਐਗਜ਼ੀਕਿਊਟਿਵਸ ਹੈਗੇ ਆ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਰਿਪੋਰਟ ਹੈ ਬਿਲਕੁਲ ਬਕਵਾਸ ਹੈ, ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਹੈ। ਔਰ ਇਹ ਗੱਲ ਉਹਨਾਂ ਨੇ ਆਪਣੇ ਬਕਾਇਦਾ ਪ੍ਰੈਸ ਨੋਟ 'ਚ ਵੀ ਲਿਖੀ ਹੈ, ਉਹਨਾਂ ਦੇ ਬਿਆਨ ਵੀ ਆਏ ਆ, ਔਰ ਬਕਾਇਦਾ ਇੱਕ ਵੀਡੀਓ ਮੈਸੇਜ ਜਿਹੜਾ ਹੈਗਾ ਗੌਤਮ ਅਡਾਨੀ ਨੇ ਜਾਰੀ ਕੀਤਾ ਤਾਂ ਕਿ ਲੋਕਾਂ ਨੂੰ ਭਰੋਸਾ ਹੋ ਜਾਵੇ ਕਿ ਮੈਂ ਇੱਥੇ ਹੀ ਹਾਂ, ਮੈਂ ਕਿਤੇ ਜਾ ਨਹੀਂ ਰਿਹਾ ਔਰ ਮੈਂ ਐਸਾ ਕੁਝ ਨਹੀਂ ਕੀਤਾ ਕਿ ਮੈਨੂੰ ਕਿਤੇ ਜਾਣਾ ਪਵੇ। ਮੈਂ ਤਾਂ ਇਹ ਕਹਿੰਦਾ ਜਿਹੜੀ ਹਿੰਡਨਬਰਗ ਕੰਪਨੀ ਹੈਗੀ ਆ, ਕਿਉਂਕਿ ਅਡਾਨੀ ਗਰੁੱਪ ਦਾ ਜਿਹੜਾ ਬੋਰਡ ਆਫ ਡਾਇਰੈਕਟਰ ਆਲਰੇਡੀ ਮਤਲਬ ਸਿਟਿੰਗ ਇਨ ਇੰਡੀਆ, ਔਰ ਉਹਨਾਂ ਨੇ ਅਫੀਸ਼ੀਅਲ ਅੱਜ ਆਪਣਾ ਪ੍ਰੈਸ ਨੋਟ ਵੀ ਜਾਰੀ ਕਰਤਾ, ਅਫੀਸ਼ੀਅਲ ਸਟੇਟਮੈਂਟ ਵੀ ਦਿੱਤੀ ਹੈ। ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਦੇ ਵਿਦ ਦੀ ਕੰਸੈਂਟ ਆਫ ਆਲ ਦੀ ਡਾਇਰੈਕਟਰਸ ਉਹ ਆ ਗਈ ਆ। ਉਸ ਤੋਂ ਬਾਅਦ ਨੈਕਸਟ ਜਿਹੜੀ ਬਾਲ ਹੈਗੀ ਹੈ ਇਸ ਵੇਲੇ ਉਹ ਤਾਂ ਹਿੰਡਨਬਰਗ ਗਰੁੱਪ ਦੇ ਪਾਲੇ 'ਚ ਆ ਨਾ। ਉਹ ਮਤਲਬ ਲੈਟ ਦੇ ਕਮ ਟੂ ਇੰਡੀਆ ਐਂਡ ਫਾਈਲ ਏ ਸੂਟ ਅਗੇਂਸਟ ਦਾ ਅਡਾਨੀ ਗਰੁੱਪ। ਜੇ ਉਹ ਸਮਝਦਾ ਵੀ ਉਹ ਸਹੀ ਹੈਗੇ ਆ, ਅਡਾਨੀ ਗਰੁੱਪ ਗਲਤ ਬਿਆਨੀ ਕਰ ਰਿਹਾ, ਹੁਣ ਉਹਨਾਂ ਦੀ ਰਿਪੋਰਟ ਨੂੰ ਉਹ ਬਕਵਾਸ ਬਤਾ ਰਿਹਾ, ਉਹਨਾਂ ਦੀ ਰਿਪੋਰਟ ਨੂੰ ਉਹ ਮਤਲਬ ਗਲਤ ਬਤਾ ਰਿਹਾ, ਮੈਨੂਪੂਲੇਟਰ ਦੱਸ ਰਿਹਾ, ਤਾਂ ਆਈ ਥਿੰਕ ਸੂਟ ਫਾਈਲ ਕਰਨਾ ਇਹਨਾਂ ਦੇ ਉੱਪਰ। ਲੈਟ ਦਾ ਇੰਡੀਅਨ ਕੋਰਟਸ ਵੀ ਟੂ ਡਿਸਾਈਡ। ਬਿਲਕੁਲ ਬਿਲਕੁਲ। ਉਹਦੇ 'ਚ ਇਹ ਵੀ ਹੋਏਗਾ ਨਾ ਕਿ ਜਦੋਂ ਇਹ ਇੱਦਾਂ ਦਾ ਕੁਝ ਸੂਟ ਫਾਈਲ ਕਰਦੇ ਆ ਤਾਂ ਆਪੋਜੀਸ਼ਨ ਨੇ ਵੀ ਇਹਨਾਂ ਦੇ ਨਾਲ ਖੜ ਜਾਣਾ ਨਾ, ਇਹਨਾਂ ਨੂੰ ਤਾਂ ਹੋਰ ਸਪੋਰਟ ਮਿਲ ਜਾਣੀ। ਹਾਂ ਯੈਸ ਜੀ। ਸੋ ਤਾਂ ਹੀ ਪਬਲਿਕ ਨੂੰ ਪਤਾ ਲੱਗੇ ਸੱਚਾ ਕੌਣ ਆ। ਅੱਜ ਤਾਂ ਇਹ ਪੋਜੀਸ਼ਨ ਦੇ ਵਿੱਚ ਆਪਾਂ ਆ ਗਏ ਆ, ਕੁਆਇਨ ਦੇ ਦੋ ਹਿੱਸੇ ਹੈ, ਦੋ ਪਾਰਟਸ ਹੈਗੇ ਆ। ਹਿੰਡਨਬਰਗ ਕਹਿੰਦਾ ਮੈਂ ਸੱਚਾ, ਅਡਾਨੀ ਕਹਿੰਦਾ ਮੈਂ ਸੱਚਾ।
ਹੁਣ ਟੈਸਟ ਕੀ ਹੈ, ਜੇ ਅਡਾਨੀ ਗਰੁੱਪ ਨੇ ਸਾਰੇ ਪੈਸੇ ਵਾਪਸ ਕਰਤੇ ਤਾਂ ਅਡਾਨੀ ਗਰੁੱਪ ਆਪੇ ਸੱਚਾ ਸਾਬਤ ਹੋ ਗਿਆ। ਹਾਂ ਹਾਂ ਬਿਲਕੁਲ। ਔਰ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਫਾਈਨੈਂਸ਼ੀਅਲ ਮੈਨੇਜਰਸ ਹੈਗੇ ਅਗਰ ਉਹ ਪੈਸੇ ਦੇਣ 'ਚ ਨਾਕਾਮ ਹੋ ਜਾਵੇ ਹੂੰ ਦੈਨ ਯੂ ਕੈਨ ਰੇਜ਼ ਕੁਐਸਚਨਸ ਕਿ ਹਾਂ ਬਈ ਹਿੰਡਨਬਰਗ ਦੀ ਜਿਹੜੀ ਰਿਪੋਰਟ ਸੀਗੀ ਉਹਦੇ 'ਚ ਕੁਝ ਦਮ ਸੀ। ਜੀ। ਪਰ ਸਿਰਫ ਮੇਅਰਲੀ ਕਿਸੇ ਨੂੰ ਕਹਿ ਦੇਣਾ, ਮੇਅਰਲੀ ਕਿਸੇ ਨੂੰ ਫਰਾਡ ਲਫ਼ਜ਼ ਬੜਾ ਐਜ਼ ਪਰ ਇੰਡੀਅਨ ਪੈਨਲ ਕੋਡ IPC ਫਰਾਡ ਲਫ਼ਜ਼ ਤੁਹਾਨੂੰ ਪਤਾ 420 ਦਾ ਸੈਕਸ਼ਨ ਅਟਰੈਕਟ ਹੁੰਦਾ ਹੈ, ਜਿਹਦੇ ਨਾਲ 67 ਲੱਗ ਜਾਂਦੇ, ਹੋਰ ਲੱਗ ਜਾਂਦੇ ਹੈਗੇ। ਸੋ ਦਿਸ ਇਜ਼ ਨਾਟ ਅ ਮਤਲਬ ਨਾਰਮਲ ਐਲੀਗੇਸ਼ਨ, ਦਿਸ ਇਜ਼ ਵੈਰੀ ਸੀਰੀਅਸ ਐਲੀਗੇਸ਼ਨ। ਅਗਰ ਆਪਾਂ ਕਿਸੇ ਨੂੰ ਐਲੀਗੇਟ ਕਰਨਾ ਔਰ ਸਾਡੇ ਇੱਕ ਐਜ਼ ਪਰ ਲਾਅ ਆਫ ਨੈਚੁਰਲ ਜਸਟਿਸ, so merely imposing allegation on someone doesn't make that person accused unless court of law prove. So ਸਿਰਫ ਤੁਸੀਂ ਕਹਿ ਦਿੱਤਾ ਤੇ ਇਹਦਾ ਮਤਲਬ ਫਰਾਡ ਬਣ ਗਿਆ? ਨਹੀਂ, ਉਹ ਪ੍ਰੂਫ ਵੀ ਤਾਂ ਹੋਣੀ ਚਾਹੀਦੀ ਇਹ ਚੀਜ਼ਾਂ ਨਾ। ਹੁਣ ਪ੍ਰੂਫ ਕਿਹਨੇ ਕਰਾਣੀ ਆ? ਜਿਹਨੇ ਐਲੀਗੇਸ਼ਨ ਲਾਇਆ, ਜਿਹੜਾ ਮਦਈ ਆ ਉਹਨੇ ਹੀ ਆਣਾ ਮੂਰੇ। ਹੁਣ ਹਿੰਡਨਬਰਗ ਨੂੰ ਆਣਾ ਚਾਹੀਦਾ। ਮੈਂ ਤਾਂ ਬੀਇੰਗ ਏ ਐਡਵੋਕੇਟ ਮੈਂ ਤਾਂ ਆਪਣੀਆਂ ਸਰਵਿਸਿਜ਼ ਦੇ ਸਕਦਾ। ਜੇ ਹਿੰਡਨਬਰਗ ਨੂੰ ਲੱਗਦਾ ਆ ਜੇ ਉਹਨਾਂ ਦਾ ਕੇਸ ਸਹੀ ਆ, ਮੇਰੇ ਨਾਲ ਡਿਸਕਸ ਕਰ ਲਾ, ਮੈਂ ਉਹਨਾਂ ਦਾ ਕੇਸ ਪਲੀਡ ਕਰ ਦਿੰਦਾ ਇੱਥੇ। ਮੈਂ ਤਾਂ ਇਹ ਕਰ ਸਕਦਾ। ਸ਼ੁਕਰੀਆ ਵਰਮਾ ਜੀ, ਤੁਸੀਂ ਬਹੁਤ ਵਧੀਆ, ਪਤਾ ਕੀ ਗੱਲ ਹੈ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹ ਦੱਸਿਆ, ਕਿਉਂਕਿ ਅੱਜ ਸਭ ਤੋਂ ਵੱਡਾ ਮੁੱਦਾ ਜਿਹੜਾ ਹੈ ਸਾਰਾ ਦਿਨ ਇਹੀ ਰਿਹਾ। ਕਿਉਂਕਿ ਜਦੋਂ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਕੋਈ ਚੀਜ਼ ਨੂੰ ਲੈ ਕੇ ਹੰਗਾਮਾ ਹੋ ਜਾਂਦਾ ਨਾ, ਉਹ ਇੱਕ ਵੱਡਾ ਮੁੱਦਾ ਬਣ ਜਾਂਦਾ ਹੈ। ਤੇ ਅੱਜ ਇੱਕ ਇਹ ਵੱਡਾ ਮੁੱਦਾ ਬਣ ਗਿਆ ਸੀਗਾ, ਲੇਕਿਨ ਤੁਸੀਂ ਬੜੇ ਬਰੀਕੀ ਦੇ ਨਾਲ ਇਹਦੀਆਂ ਬਰੀਕੀਆਂ ਦੱਸੀਆਂ। ਹੁਣ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੀ ਹੁੰਦਾ, ਔਰ ਇਹ ਜਿਹੜਾ ਊਂਟ ਆਪਾਂ ਕਹਿੰਦੇ ਹਾਂ ਕਿਸ ਕਰਵਟ ਬੈਠਦਾ ਹੈ, ਇਹ ਅਡਾਨੀ ਦੇ ਹੱਕ 'ਚ ਗੱਲ ਆਉਂਦੀ ਹੈ ਕਿ ਹਿੰਡਨਬਰਗ ਦੇ ਹੱਕ 'ਚ ਆਉਂਦੀ ਹੈ ਗੱਲ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਤੇ ਅੱਜ ਅਸੀਂ ਜਿਹੜਾ ਮੁੱਦਾ ਡਿਸਕਸ ਕੀਤਾ, ਓਨਸ ਟੂ ਪ੍ਰੂਵ ਇਸ ਵੇਲੇ ਹਿੰਡਨਬਰਗ ਤੇ ਆ ਜਿਹਨੇ ਇਲਜ਼ਾਮ ਲਾਇਆ। ਓਨਸ ਟੂ ਪ੍ਰੂਵ ਉਹਦੇ ਉੱਪਰ ਆ, ਅਡਾਨੀ ਤੇ ਨਹੀਂ ਹੈ। ਉਹ ਪ੍ਰੂਵ ਕਰੇ ਅਡਾਨੀ ਗਲਤ ਆ। ਹਾਂ, ਉਹਨਾਂ ਨੂੰ ਸਾਬਿਤ ਅਡਾਨੀ ਗਰੁੱਪ ਗਲਤ। ਜੀ ਜੀ ਜੀ। ਠੀਕ ਹੈ ਜੀ ਵਰਮਾ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਆ ਕੇ ਸਾਡੇ ਇਸ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਆਪਣਾ ਵਕਤ ਦਿੱਤਾ ਸਾਨੂੰ, ਔਰ ਲੋਕਾਂ ਨੂੰ ਬੜੀ ਬਰੀਕੀ ਦੇ ਨਾਲ ਇਹ ਸਾਰੀਆਂ ਚੀਜ਼ਾਂ ਦੱਸੀਆਂ, ਜਿਸ ਨਾਲ ਲੋਕਾਂ ਦਾ ਵੀ ਜਿਹੜਾ ਵਹਿਮ ਹੈ, ਜਾਂ ਜੋ ਲੋਕ ਜਿਹਨੇ ਵੀ ਕਿਸੇ ਨੇ ਪੈਸਾ ਇਨਵੈਸਟ ਕੀਤਾ ਹੋਊਗਾ, ਆਮ ਇਨਸਾਨ ਵੀ ਕਰਦਾ ਹੈ, ਤੇ ਜੇ ਉਹਨਾਂ ਨੇ ਕੀਤਾ ਤਾਂ ਉਹਨੂੰ ਇਹ ਲੱਗੇਗਾ ਕਿ ਮੇਰਾ ਪੈਸਾ ਜਿਹੜਾ ਮਰਿਆ ਨਹੀਂ ਹੈਗਾ। ਜੇ ਆਪਣੀ ਰਿਪੋਰਟ ਉਹਨਾਂ ਨੇ ਦੇਖੀ ਤੇ ਉਹਨਾਂ ਨੂੰ ਇਹ ਲੱਗੇਗਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਅੱਗੇ ਫੇਰ ਤੁਹਾਨੂੰ ਕਦੀ ਇਸ ਤਰ੍ਹਾਂ ਦਾ ਅੰਕੜਿਆਂ ਨਾਲ ਜੁੜਿਆ ਕੋਈ ਸਾਡਾ ਮੁੱਦਾ ਹੋਇਆ ਤੇ ਅਸੀਂ ਤੁਹਾਨੂੰ ਫਿਰ ਬੁਲਾਵਾਂਗੇ, ਤੁਸੀਂ ਤੁਹਾਡੀਆਂ ਸੇਵਾਵਾਂ ਲਵਾਂਗੇ। ਤੇ ਹੁਣ ਤੁਸੀਂ ਸਾਨੂੰ ਇਜਾਜ਼ਤ ਦਿਓ। ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ।